ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਨਾਨਕ ਨਾਵਹੁ ਕੁਥਿਆ ਹਲਤ ਪਲਤ ਸਭ ਜਾਏ। ਜਪ ਤਪ ਸੰਜਮ ਸਭ ਹਿਰ ਲਿਆ। ਮੁਠੀ ਦੂਜੈ ਭਾਏ। ਨਾਨਕ ਨਾਵਹੁ ਕੁਥਿਆ ਹਲਤ ਪਲਤ ਸਭ ਜਾਏ। ਜਪ ਤਪ ਸੰਜਮ ਸਭ ਹਿਰ ਲਿਆ। ਮੁਠੀ ਦੂਜੈ ਭਾਏ। ਜਾਮਦਰ ਬੱਧੇ ਮਾਰੀਐ ਬਹੁਤੀ ਮਿਲੈ ਸਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਜਗਤ ਜਲੰਦੇ ਨੂੰ ਤਾਰਨਹਾਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੇ ਹੋਏ ਗੁਰੂ ਖਾਲਸਾ ਜੀ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਆਪਣੀ ਰਹਿਮਤ ਕਰਕੇ ਇਹ ਸੁਭਾਗ ਘੜੀਆਂ ਬਖਸ਼ੀਆਂ ਹਨ। ਦੂਰਾਂ ਦਰੇਡਿਆਂ ਵਿੱਚ ਵੀ ਗੁਰੂ ਕੇ ਸਿੱਖ ਮਨ ਵਿੱਚ ਇਹ ਕਾਮਨਾ ਰੱਖਦੇ ਨੇ ਕਿ ਜਦੋਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਅਸੀਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ, ਪਵਿੱਤਰ ਸਰੋਵਰ ਵਿੱਚ ਇਸ਼ਨਾਨ, ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕਰ ਸਕੀਏ। ਸਤਿਗੁਰੂ ਜੀ ਨੇ ਅੱਜ ਭਾਗਾਂ ਵਾਲੇ ਗੁਰਮੁਖਾਂ ਨੂੰ ਇਹ ਸਮਾਂ ਬਖਸ਼ਿਸ਼ ਕੀਤਾ ਹੈ। ਦੂਰ ਦਰਾਡਿਆਂ ਤੋਂ ਸੰਗਤਾਂ ਚੱਲ ਕੇ ਗੁਰੂ ਦਰਬਾਰ ਵਿੱਚ ਪਹੁੰਚੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦੀਦਾਰੇ ਸਤਿਗੁਰੂ ਪਾਤਸ਼ਾਹੀ ਦੇ ਕੀਤੇ ਹਨ। ਬਹੁਤ ਸਾਰੀਆਂ ਸੰਗਤਾਂ ਕਰ ਰਹੀਆਂ ਹਨ। ਗੁਰੂ ਕੇ ਪਾਵਨ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਜਾ ਰਿਹਾ ਹੈ। ਸਾਧ ਸੰਗਤ ਜੀ ਦਾਸ ਬੇਨਤੀ ਕਰੇ ਕਿ ਜਿੰਨੀਆਂ ਵੀ ਸੰਗਤਾਂ ਜਦੋਂ ਅਸੀਂ ਦਰਬਾਰ ਸਾਹਿਬ ਆਉਂਦੇ ਹਾਂ, ਇਹ ਗੁਰੂ ਸਾਹਿਬ ਦੀ ਬਹੁਤ ਵੱਡੀ ਬਖਸ਼ਿਸ਼ ਹੁੰਦੀ ਹੈ। ਤਾਂ ਸਤਿਗੁਰੂ ਜੀ ਇਸ ਭਾਗ ਸਮਾਂ ਬਖਸ਼ਦੇ ਹਨ। ਇੱਥੇ ਪਹੁੰਚ ਕੇ ਕਿਸੇ ਕਿਸਮ ਦਾ ਆਲਸ ਨਹੀਂ ਕਰਨਾ ਚਾਹੀਦਾ, ਦਲਿੱਦਰ ਨਹੀਂ ਕਰਨਾ ਚਾਹੀਦਾ ਕਿ ਅਸੀਂ ਘੜੀ ਆਰਾਮ ਕਰ ਲਈਏ ਜਾਂ ਲੰਗਰ ਛਕ ਲਈਏ, 2 ਵਾਰ 3 ਵਾਰ ਛਕ ਲਈਏ। ਪਰ ਭਾਈ ਇੱਕ ਗੱਲ ਖਿਆਲ ਵਿੱਚ ਰੱਖਣੀ ਚਾਹੀਦੀ ਹੈ ਕਿ ਸਤਿਗੁਰੂ ਜੀ ਨੇ ਇਹ ਪਾਵਨ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਅਤੇ ਪਵਿੱਤਰ ਸਰੋਵਰ ਦਾ ਇਸ਼ਨਾਨ, ਇਹ ਜ਼ਰੂਰੀ ਮਨ ਵਿੱਚ ਖਿਆਲ ਰੱਖਣਾ ਚਾਹੀਦਾ। ਗੁਰੂ ਕੇ ਸਿੱਖ ਇਹਦੇ ਸ਼ਰਧਾ ਭਾਵਨਾ ਦੇ ਨਾਲ ਇਹ ਭਾਵੇਂ ਇਹ ਕਿਰਿਆ ਨਿਭਾਉਂਦੇ ਹਨ, ਪਰ ਫਿਰ ਵੀ ਦਾਸ ਦੀ ਡਿਊਟੀ ਹੋਣ ਕਰਕੇ ਇੱਕ ਬੇਨਤੀ ਕਰ ਰਿਹਾ ਹਾਂ ਕਿ ਬਿਲਕੁਲ ਨਹੀਂ ਉਦਮ ਕਰਨਾ, ਵਾਹਿਗੁਰੂ ਬਿਲਕੁਲ ਨਹੀਂ ਆਲਸ ਕਰਨਾ ਉਦਮ ਕਰਕੇ, ਕਿਉਂਕਿ ਜਨਮਾਂ ਜਨਮਾਂਤਰਾਂ ਦੇ ਪਾਪ ਲੈਣੇ ਆ, ਦੁੱਖ ਦਲਿੱਦਰ ਦੂਰ ਹੋਣੇ ਆ। ਇਸ ਕਰਕੇ ਇੱਥੇ ਪਹੁੰਚ ਕੇ ਵੀ ਜੇ ਅਸੀਂ ਆਲਸ ਕਰ ਗਏ ਤਾਂ ਸਾਧ ਸੰਗਤ ਜੀ ਇਦੋਂ ਮਾੜੇ ਕਰਮ ਫਿਰ ਕੀ ਹੋ ਸਕਦੇ। ਨਹੀਂ, ਇੱਥੇ ਆ ਕੇ ਤਾਂ ਸਤਿਗੁਰੂ ਦੀ ਦਇਆ ਦੇ ਨਾਲ, ਮਿਹਰ ਦੇ ਨਾਲ, ਕਿਰਪਾ ਦੇ ਨਾਲ ਝੋਲੀਆਂ ਭਰਨੀਆਂ ਹਨ। ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਹੈ। ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਹੋਏ ਹਨ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਗੁਰੂ ਕੀਆਂ ਸੰਗਤਾਂ ਟੈਲੀਵਿਜ਼ਨ ਦੇ ਜ਼ਰੀਏ ਇਸ ਸੁਭਾਗ ਸਮੇਂ ਤੋਂ ਲਾਹਾ ਲੈਂਦੇ ਹਨ। ਜੋ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸ੍ਰੀ ਮੁਖ ਵਾਕ ਬਖਸ਼ਦੇ ਹਨ, ਉਹਦੀ ਵਿਚਾਰ ਨਾਲ ਗੁਰੂ ਕੀਆਂ ਸੰਗਤਾਂ ਜੁੜਦੀਆਂ ਹਨ। ਆਓ ਸਤਿਗੁਰੂ ਜੀ ਨੇ ਜੋ ਬਖਸ਼ਿਸ਼ ਕੀਤਾ ਹੈ, ਇਹ ਸਮਾਂ ਇਹਨੂੰ ਸਫਲਾ ਕਰੀਏ। ਇੱਧਰ ਮਨ ਨੂੰ ਦੌੜਨ ਨਾ ਦਈਏ।
ਇਹਨੂੰ ਸਮਝਾ ਬੁਝਾ ਕੇ ਗੁਰੂ ਚਰਨਾਂ ਵਿੱਚ ਹੀ ਇਹਦੀ ਹਾਜ਼ਰੀ ਲਵਾਈਏ, ਕਿਉਂਕਿ ਇੱਥੇ ਬੈਠਿਆਂ ਬੈਠਿਆਂ ਹੀ ਇਹ 7 ਸਮੁੰਦਰਾਂ ਤੋਂ ਪਾਰ ਚਲ ਜਾਂਦਾ। ਇਹਨੂੰ ਸਮਝਾਉਣ ਵਾਸਤੇ ਨੀਠ ਨੀਠ ਮਨ ਕੀਆ ਧੀਰਾ, ਸਹਿਜੇ ਸਹਿਜੇ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜੇ ਸਮਝਾਵਾਂਗੇ, ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰ ਦੇਣਗੇ। ਸੋ ਸਤਿਗੁਰੂ ਜੀ ਰਹਿਮਤ ਕਰਦੇ ਹਨ। ਸੋਰਠ ਦੀ ਵਾਰ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਨ ਕਿਰਪਾ ਕੀਤੀ ਹੈ। 17ਵੀਂ ਪੌੜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਲੋਕਾਂ ਸਮੇਤ ਬਖਸ਼ਿਸ਼ ਕਰ ਰਹੇ ਹਨ। ਆਓ ਪ੍ਰੇਮ ਦੇ ਨਾਲ ਸਾਰੀਆਂ ਸੰਗਤਾਂ ਇੱਕ ਵਾਰੀ ਗੱਜ ਕੇ ਬੋਲੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਸਤਿਗੁਰੂ ਜੀ ਬਖਸ਼ਾਂ ਕਰਦੇ ਹਨ। ਇਹ ਜਿਹੜੀ ਵਾਰ ਹੈ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ। ਜੋ ਸ਼ਲੋਕ ਤੇ ਮਹੱਲੇ ਹਨ ਸਾਧ ਸੰਗਤ ਜੀ, ਉਹ ਵੱਖ-ਵੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਹਨ। ਇੱਥੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਮਹਾਨ ਬਖਸ਼ਿਸ਼ ਕਰਕੇ ਸਵੈ ਲੋਕ ਦੀ ਪ੍ਰਾਪਤੀ ਵਾਲਾ ਸਾਨੂੰ ਉਪਦੇਸ਼ ਬਖਸ਼ਦੇ ਹਨ ਕਿ ਇਹ ਮਨੁੱਖ ਤੂੰ ਇੱਧਰ ਉੱਧਰ ਦੌੜਦਾ ਹੈ, ਘਰ ਬਣਾਉਂਦਾ ਹੈ, ਰਹਿਣ ਦਾ ਵਸੀਲਾ ਕਰਦਾ ਹੈ, ਪਰ ਤੇਰਾ ਅਸਲ ਲੋਕ ਕਿਹੜਾ ਹੈ, ਉਹਦੀ ਪ੍ਰਾਪਤੀ ਕਰਾਉਣ ਵਾਸਤੇ ਸਤਿਗੁਰੂ ਜੀ ਨੇ ਇਹ ਮਹਾਨ ਬਖਸ਼ਿਸ਼ ਕੀਤੀ ਹੈ। ਆਪ ਮਿਹਰ ਕਰਦੇ ਹਨ ਕਿ ਆਓ ਤੁਹਾਨੂੰ ਅਸਲ ਇਹ ਰਸਤੇ ਦੇ ਉੱਪਰ ਪਾਉਣਾ ਕਰੀਏ, ਜਿਹੜਾ ਸਵੈ ਲੋਕ ਦਾ, ਆਪਣੇ ਆਪ ਦਾ, ਸਵੈ ਸਰੂਪ ਦਾ ਗਿਆਨ ਕਰਵਾ ਦੇਵੇ। ਐਸਾ ਉਪਦੇਸ਼ ਸਰਵਣ ਕਰੋ ਜੀ। ਨਾਨਕ ਨਾਵੋਂ ਕੁੱਥਿਆ ਹਲਤ ਪਲਤ ਸਭ ਜਾਏ। ਕਿਰਪਾ ਕਰਦੇ ਹਨ ਕਿ ਭਾਈ ਅਸਲ ਵਿੱਚ ਤੇਰਾ ਪ੍ਰਯੋਜਨ ਹੈ ਕਿ ਤੂੰ ਇਸ ਸੰਸਾਰ ਵਿੱਚ ਨਾਮ ਜਪਣ ਵਾਸਤੇ ਆਇਆ। ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ। ਉਹਨਾਂ ਦੀ ਜਿਹੜੀ ਘਾਲ ਸੀ, ਮਸਕਤ ਸੀ, ਉਹ ਥਾਂ ਪੈ ਗਏ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਕਿ ਭਾਈ ਉਹਨਾਂ ਦੇ ਆਪ ਤਾਂ ਮੁਖ ਉਜਲੇ ਸੰਸਾਰ ਤੋਂ ਲੈ ਕੇ ਗਏ, ਪਰ ਉਹਨਾਂ ਦੀ ਸੰਗਤ ਕਰਨ ਵਾਲੀ ਕਿੰਨੀ ਉਹ ਸੰਗਤ ਹੋਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹ ਲੋਕ ਸੁਖੀਏ ਪਰਲੋਕ ਸੁਹੇਲੇ ਬਣ ਗਈ। ਤੇ ਹਜੂਰ ਦਾ ਹੁਕਮ ਹੈ, ਕਹਿੰਦੇ ਭਾਈ ਵੇਖੀ ਕਿਤੇ ਤੂੰ ਇਸ ਨਾਮ ਤੋਂ ਹੀ ਨਾ ਵਾਂਝਾ ਰਹਿ ਜਾਵੀਂ। ਜਦੋਂ ਭਗਤ ਕਬੀਰ ਜੀ ਦੇ ਪਾਸ ਸੰਗਤਾਂ ਆਈਆਂ, ਉਹਨਾਂ ਨੂੰ ਪੁੱਛਣਾ ਕੀਤਾ ਕਿ ਕਬੀਰ ਜੀ, ਆਪ ਜੀ ਤੁਸੀਂ ਇਕੱਲੇ ਬੈਠੇ ਰਹਿੰਦੇ ਹੋ ਇੱਥੇ, ਕਈ ਵਾਰ ਬੀਆ ਬਾਣ ਦੇ ਵਿੱਚ ਵੀ ਤੁਸੀਂ ਉੱਚੀ ਉੱਚੀ ਗਾਉਂਦੇ ਰਹਿੰਦੇ ਹੋ, ਰੱਬ ਦਾ ਨਾਮ ਉਚਰਦੇ ਰਹਿੰਦੇ ਹੋ, ਪਰ ਤੁਹਾਡੇ ਮਗਰ ਕੋਈ ਬਹੁਤੀ ਸੰਗਤ ਨਹੀਂ ਹੈ, ਤੁਹਾਨੂੰ ਸੁਣਨ ਵਾਲੇ ਬਹੁਤੇ ਨਹੀਂ ਹਨ, ਤੇ ਭਗਤੀ ਸਹਿਜ ਸੁਭਾਅ ਬੋਲੇ ਤੇ ਕੋਈ ਗੱਲ ਨਹੀਂ, ਬਹੁਤ ਸਾਰੇ ਰੱਬ ਦੇ ਪਿਆਰੇ ਐਸੇ ਨੇ ਜਿਹੜੇ ਨਾਮ ਸੁਣ ਕੇ ਚਲੇ ਜਾਂਦੇ ਨੇ, ਪਰ ਉਹ ਆਪੋ ਆਪਣੇ ਥਾਵਾਂ 'ਚ ਘਰਾਂ 'ਚ ਬੈਠ ਕੇ ਜ਼ਰੂਰ ਰੱਬ ਦਾ ਨਾਮ ਜਪਦੇ ਆ। ਤੇ ਭਾਈ ਜੀ ਦੀ ਤੁਸੀਂ ਗੱਲ ਕਰਦੇ ਆ ਨਾ ਵੀ ਸੰਗਤ ਦੀਆਂ ਬਹੁਤੀਆਂ ਭੀੜਾਂ ਨਹੀਂ, ਲੋਕ ਬਹੁਤੇ ਇਕੱਠੇ ਨਹੀਂ ਹੁੰਦੇ, ਉਹ ਇਹ ਰਸਤਾ ਨਹੀਂ ਆ। ਕਹਿੰਦੇ ਕਿਉਂ ਜੀ? ਕਹਿੰਦੇ ਜੇ ਪੰਡਤ ਜੇ ਮਾਰਗ ਪੰਡਤ ਗਏ ਪਾਛੇ ਪਰੀ ਮਹੀਰ, ਇੱਕ ਔਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਕਹਿੰਦੇ ਇਹ ਔਖੀ ਘਾਟੀ ਹੈ ਜਿਹਦੇ ਤੇ ਮੈਂ ਚੜਨ ਵਾਸਤੇ ਯਤਨਸ਼ੀਲ ਹਾਂ, ਜਿਹਨੂੰ ਮੈਂ ਪ੍ਰਾਪਤੀ ਕਰਕੇ ਬੈਠਾ ਨਾ, ਇਹ ਘਾਟੀ ਸੌਖੀ ਨਹੀਂ ਆ। ਕਹਿੰਦੇ ਕਿਉਂ ਜੀ? ਇਹ ਘਾਟੀ 'ਚ ਕੀ ਆ? ਬੈਠੇ ਨਾਮ ਹੀ ਜਪਣਾ ਨਾ। ਕਹਿੰਦੇ ਕੇਵਲ ਨਾਮ ਜਪਣਾ ਹੀ ਨਹੀਂ, ਜੋ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ ਉਹਨੂੰ ਧਾਰਨ ਕਰਨਾ ਔਰ ਉਹਦੇ ਉੱਤੇ ਚੱਲਣਾ ਹੈ, ਭਰੋਸਾ ਕਰਨਾ ਹੈ, ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਣਾ ਕਿ ਉਹੀ ਪਦਾਰਥ ਬਖਸ਼ਦਾ ਹੈ, ਉਹੀ ਖਾਣ ਪੀਣ ਵਾਸਤੇ ਸਾਡਾ ਪ੍ਰਬੰਧ ਕਰਦਾ ਹੈ, ਸਾਡਾ ਪ੍ਰਤਪਾਲਕ ਹੈ।
ਇਹਨਾਂ ਗੱਲਾਂ ਤੇ ਯਕੀਨ ਕਰਨਾ ਬਹੁਤ ਔਖਾ ਹੈ। ਤੇ ਭਗਤ ਜੀ ਫਿਰ ਤੁਸੀਂ ਇਸ ਘਾਟੀ ਤੇ ਕਿਵੇਂ ਚੜ੍ਹੇ ਤੇ ਸਾਨੂੰ ਵੀ ਰਸਤਾ ਦੱਸੋ। ਭਗਤ ਜੀ ਕਹਿਣ ਲੱਗੇ ਵੀ ਕੰਮ ਸੌਖਾ ਨਹੀਂ, ਦੱਸ ਦਿੰਦੇ ਆ, ਪਰ ਇਹ ਕੰਮ ਬੜਾ ਔਖਾ ਹੈ। ਕਿਉਂਕਿ ਕੋਈ ਕਿਲਾ ਜਿੱਤਣਾ ਹੋਵੇ, ਕੋਈ ਰਾਜ ਪ੍ਰਾਪਤ ਕਰਨਾ ਹੋਵੇ, ਉਹਦੇ ਲਈ ਬਹੁਤ ਜੱਦੋ-ਜਹਿਦ ਕਰਨੀ ਪੈਂਦੀ ਹੈ। ਫਿਰ ਕਿਤੇ ਜਾ ਕੇ ਰਾਜ ਪ੍ਰਾਪਤ ਹੁੰਦਾ ਹੈ, ਫਿਰ ਕਿਲਿਆਂ ਤੇ ਜਾ ਕੇ ਝੰਡੇ ਚਲਾਈਦੇ ਨੇ, ਫਿਰ ਮੋਰਚੇ ਫਤਿਹ ਹੁੰਦੇ ਆ। ਐਵੇਂ ਤਾਂ ਹੁੰਦੇ ਹੀ ਨਹੀਂ। ਤੇ ਜੇ ਤਾਂ ਤੁਹਾਡੇ ਕੋਲੇ ਲੜਨ ਦੀ ਸਮਰੱਥਾ ਹੈਗੀ ਹੈ ਤੇ ਫਿਰ ਤਾਂ ਤੁਸੀਂ ਸੁਣੋ ਉਪਦੇਸ਼ ਤੇ ਇਸ ਯੁੱਧ ਵਾਸਤੇ ਤਿਆਰ ਹੋ। ਕਹਿਣ ਲੱਗੇ ਕਿ ਭਗਤ ਜੀ ਸਾਡੇ ਕੋਲੇ ਨਾ ਕੋਈ ਹਥਿਆਰ, ਨਾ ਘੋੜੇ, ਨਾ ਫੌਜਾਂ, ਨਾ ਸਾਡੇ ਕੋਲ ਤੋਪਾਂ, ਨਾ ਤੀਰ, ਅਸੀਂ ਕਿਵੇਂ ਲੜਾਂਗੇ। ਕਹਿੰਦੇ ਨਹੀਂ, ਹੈਗੇ ਤੁਹਾਡੇ ਕੋਲੇ ਸਮਾਨ ਸਾਰਾ ਹੀ ਹੈਗਾ ਹੈ, ਪਰ ਤੁਸੀਂ ਅਵੇਸਲੇ ਹੋਏ ਬੈਠੇ ਹੋ, ਵਰਤਦੇ ਨਹੀਂ ਉਹਨੂੰ। ਕਹਿੰਦੇ ਅੱਛਾ, ਫਿਰ ਤਾਂ ਜ਼ਰੂਰ ਦੱਸਣਾ ਕਰੋ। ਫਿਰ ਤਾਂ ਕਹਿੰਦੇ ਅਸੀਂ ਵੀ ਇਸ ਕਿਲੇ ਤੇ ਚੜ੍ਹ ਜਾਾਂਗੇ, ਇਸ ਘਾਟੀ ਨੂੰ ਅਸੀਂ ਵੀ ਪ੍ਰਾਪਤ ਕਰ ਲਾਂਗੇ। ਕਹਿੰਦੇ ਕਰ ਤਾਂ ਲਵੋਗੇ, ਪਰ ਬਹੁਤ ਔਖਾ ਹੈ। ਕਹਿੰਦੇ ਕਿਵੇਂ ਜੀ। ਤਾਂ ਭਗਤ ਜੀ ਨੇ ਫਿਰ ਇੱਕ ਸ਼ਬਦ ਉਚਾਰਿਆ, ਕਿਉਂ ਲੀਜਿਆ ਗੜ ਬੰਕਾ ਭਾਈ। ਬੰਕਾ ਨਾਮ ਟੇਢੇ ਦਾ। ਕਹਿੰਦੇ ਜਿਵੇਂ ਇਹ ਕਿਲਾ ਹੈ ਨਾ, ਕਿਲੇ ਆਮ ਤੌਰ ਤੇ ਜਿਨ੍ਹਾਂ 'ਚ ਲੜਾਈ ਲੜੀ ਜਾਂਦੀ ਸੀ ਨਾ, ਉਹ ਕਿਲੇ ਉਹਨਾਂ ਦੇ ਆਉਣ ਵਾਲੇ ਰਸਤੇ ਟੇਢੇ ਰੱਖੇ ਜਾਂਦੇ ਸੀ। ਜਿਵੇਂ ਆਪਾਂ ਪਾਰਕਾਂ ਵਿੱਚ ਜਾਂਦੇ ਆ ਨਾ, ਤਾਂ ਉਹਦੇ ਵਿੱਚ ਪਸ਼ੂ ਨਹੀਂ ਵੜ ਸਕਦੇ, ਟੇਢਾ ਰਸਤਾ ਹੁੰਦਾ ਹੈ। ਪਰ ਜਾਣ ਵਾਲਾ ਰਸਤਾ ਉਹਨਾਂ ਦੀ ਆਪਣੀ ਮਰਜ਼ੀ ਦਾ ਰੱਖਿਆ ਹੁੰਦਾ, ਉਹ ਗੁਪਤ ਹੁੰਦਾ ਹੈ। ਕਹਿੰਦੇ ਭਾਈ ਇਸ ਕਿਲੇ ਤੇ ਚੜ੍ਹਨ ਵਾਸਤੇ ਰਸਤਾ ਬੜਾ ਟੇਢਾ ਹੈ। ਕਿਉਂ ਲੀਜਿਆ ਗੜ ਬੰਕਾ ਭਾਈ। ਫਿਰ ਕਹਿੰਦੇ ਇਹਦੇ ਦੁਆਲੇ ਦੂਰੇ ਕੋਟ ਕੀਤੇ ਹੋਏ ਨੇ। ਆ ਤੁਸੀਂ ਬਹੁਤ ਸਾਰੇ ਲੋਕ ਸਰਹੱਦ ਦੇ ਨੇੜੇ ਰਹਿੰਦੇ ਆ, ਇੱਕ ਧੁੱਸੀ ਬੰਨ੍ਹ ਬਣਿਆ ਹੋਇਆ, ਉਹਦੇ ਅੱਗੋਂ ਖਾਲੀਆਂ ਪੱਟ ਕੇ ਪਾਣੀ ਛੱਡਿਆ ਹੋਇਆ ਤੇ ਫਿਰ ਅੱਗੇ ਤਾਰ ਕੰਡਾ ਲਾਇਆ ਹੋਇਆ। ਕਹਿੰਦੇ ਇਹ ਗੜ ਵੀ ਇਸੇ ਤਰ੍ਹਾਂ ਦਾ ਹੀ ਹੈ। ਦੋਵਰ ਕੋਟ ਅਰ ਤੇਵਰ ਖਾਈ। ਕਹਿੰਦੇ ਦੂਰਾ ਕੋਟ ਹੈ ਤੇ ਤਿੰਨੇ ਤੇ ਖਾਈਆਂ ਪੱਟੀਆਂ ਹੋਈਆਂ ਨੇ। ਕਹਿੰਦੇ ਸਾਨੂੰ ਸਮਝ ਨਹੀਂ ਲੱਗੀ। ਕਹਿੰਦੇ ਭਾਈ ਇਹ ਜਿਹੜੇ ਦਸਮ ਦਵਾਰ ਦਾ ਕਿਲਾ ਹੈ ਨਾ, ਜਿਹਦੇ ਵਿੱਚ ਸਵਾਸ ਟਿਕਾ ਕੇ ਆਨੰਦ ਪਰਮਾਤਮਾ ਦੇ ਨਾਮ ਦਾ ਲੈਣਾ ਹੈ, ਉਹ ਕਹਿੰਦੇ ਇਹ ਕਿਲਾ ਜਿਹੜਾ ਹੈ ਉਹਦੇ ਵਾਸਤੇ ਚੜ੍ਹਨ ਵਾਸਤੇ ਬੜੇ ਰਾਹ ਦੇ ਵਿੱਚ ਅਖਿਆਈਆਂ ਨੇ। ਤੁਹਾਨੂੰ ਉਹਦਾ ਅਸੀਂ ਰਸਤਾ ਦੱਸਦੇ ਹਾਂ। ਉਹਦੇ ਵਿੱਚ ਦੂਰਾ ਕੋਟ ਹੈ। ਇੱਕ ਤਾਂ ਮੰਨਦੇ ਆ ਵੀ ਪਰਮਾਤਮਾ ਹੈ, ਪਰ ਉਹਦੀ ਸਮਝ ਨਹੀਂ, ਸਖਿਆਤ ਨਹੀਂ। ਕਹਿੰਦੇ ਇਹ ਦੋ ਕੋਟ ਬਣਿਆ। ਦੂਸਰਾ ਕਹਿੰਦਾ ਮਨ ਕਹਿੰਦਾ ਕਿੱਥੇ ਆ ਰੱਬ, ਕਿਹਨੇ ਵੇਖਿਆ। ਤੇ ਤਿੰਨ ਖਾਲੀਆਂ ਨੇ, ਤਿੰਨ ਗੁਣਾਂ ਦੀਆਂ, ਨਿਰਗੁਣ, ਸਰਗੁਣ, ਵਾਹਿਗੁਰੂ। ਇਹਨਾਂ ਗੁਣਾਂ ਦੀਆਂ ਤਿੰਨ ਖਾਲੀਆਂ। ਅਵਸਥਾ ਤਿੰਨ ਅਵਸਥਾ ਨੇ, ਜਾਗਤ, ਸੋਵਤ, ਸੋਪਨ। ਕਹਿੰਦੇ ਇਹਨਾਂ ਤਿੰਨਾਂ ਅਵਸਥਾ ਦੇ ਵਿੱਚ ਹੀ ਤੂੰ ਘੁੰਮੀ ਜਾਂਦਾ ਹੈ। ਇਹ ਤਿੰਨ ਖਾਲੀਆਂ ਲੰਘੇਗਾ ਤਾਂ ਫਿਰ ਇਸ ਕਿਲੇ ਦੇ ਰਸਤੇ ਨੂੰ ਤੂੰ ਅੱਗੇ ਜਾ ਸਕਦਾ। ਤੇ ਫਿਰ ਗਾਂ ਵੀ ਸੌਖਾ ਨਹੀਂ, ਅੱਗੇ ਬੜੇ ਪਹਿਰੇਦਾਰ ਨੇ, ਫੌਜਾਂ ਨੇ, ਉਹ ਵੀ ਤੁਹਾਨੂੰ ਦੱਸ ਦਿੰਦੇ। ਕਹਿੰਦੇ ਜੀ ਕਿਰਪਾ ਕਰੋ, ਉਹਨਾਂ ਨੂੰ ਫਿਰ ਫਤਿਹ ਕਿਵੇਂ ਕਰਨਾ। ਕਹਿੰਦੇ 5 25। ਕਹਿੰਦੇ 5 ਤਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ ਤੇ 25 ਪ੍ਰਕਿਰਤੀਆਂ ਹੈ। 5 ਤੱਤ ਨੇ ਤੇ ਇੱਕ ਤੱਤ ਦੀਆਂ 5 ਕਿਰਿਆਵਾਂ ਨੇ। ਕਿਰਿਆਵਾਂ ਮਨੁੱਖਤਾ ਦੇ ਰਾਹੀਂ ਹੁੰਦੀਆਂ, ਜਿਵੇਂ ਦੌੜਨਾ, ਚੌਂਕੜਾ ਮਾਰਨਾ, ਬੈਠਣਾ, ਛਾਲਾਂ ਮਾਰਨੀਆਂ, ਕਿ ਇਹ ਹਵਾ ਦੀਆਂ ਨੇ। ਇਸੇ ਤਰ੍ਹਾਂ ਨਹਾਉਣਾ, ਪਾਣੀ ਪੀਣਾ, ਇਹ ਪਾਣੀ ਦੀਆਂ ਨੇ। ਇਹ 5 ਤੱਤਾਂ ਦੀਆਂ 5 ਪ੍ਰਕਿਰਤੀਆਂ ਨੇ। 5 ਦੀਆਂ ਤੇ 25 ਹੋ ਗਈਆਂ। ਕਹਿੰਦੇ ਮਤਸਰ ਮਾਇਆ। ਕਹਿੰਦੇ ਅੱਗੋਂ ਹੰਕਾਰ ਦੀ ਮਾਇਆ ਬੜੀ ਤਕੜੀ ਆ। ਇਹ ਕਹਿੰਦੇ 5 25 ਮਤਸਰ ਮਾਇਆ, ਇਹ ਤੇਰੇ ਦੁਆਲੇ ਖੜੀ ਹੈ। ਕਿਉਂ ਗੜ ਲਿਆ ਨਾ ਜਾਈ। ਕਹਿੰਦੇ ਫਿਰ ਇਸ ਗੜ ਨੂੰ
ਕਿਵੇਂ ਜਿੱਤਾਂਗੇ? ਜਨ ਗਰੀਬ ਕੋ ਜੋਰ ਨਾ ਪਹੁੰਚਾ, ਕਹਾਂ ਕਰੋ ਰਗ ਰਾਇਆ। ਕਹਿੰਦੇ ਗੱਲ ਇੱਥੇ ਮੁੱਕੀ ਨਹੀਂ। ਫਿਰ ਕਹਿੰਦੇ ਅੱਗੇ ਕੀ ਕਰਨਾ ਜੀ? ਅੱਗੇ ਕਹਿੰਦੇ ਨੇ ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜਾ। ਕਹਿੰਦੇ ਜਿਹੜੇ ਕਾਮ ਵਾਸ਼ਨਾ ਨਾ, ਇਹ ਵੱਡੇ ਬਹੁਤ ਸਾਰਾ ਵੱਡਾ ਜਿਹੜੇ ਕਬਾੜ ਲੱਗੇ ਹੋਏ ਨੇ, 2 ਫੁੱਟ ਦਰਵਾਜ਼ੇ ਨੇ, ਉਹਨਾਂ ਵਿੱਚ ਇੱਕ ਛੋਟੀ ਬਾਰੀ ਆ। ਕਹਿੰਦੇ ਉਸ ਬਾਰੀ ਦਾ ਪਹਿਰੇਦਾਰ ਜਿਹੜਾ ਹੈ ਉਹ ਕਾਮ ਹੈ। ਉਹ ਕਹਿੰਦੇ ਆਪਣੇ ਅੰਦਰ ਤੇ ਵਾੜ ਲੈਂਦਾ ਤੇ ਬਾਹਰ ਨਹੀਂ ਨਿਕਲ ਦਿੰਦਾ। ਜਿਹੜਾ ਜੀਵ ਕਾਮ ਵਾਸ਼ਨਾ ਵਿੱਚ ਫਸ ਜਾਵੇ ਉਹਨੂੰ ਨਿਕਲਣ ਦਾ ਰਸਤਾ ਕੋਈ ਨਹੀਂ। ਕਹਿੰਦੇ ਕਾਮ ਬੜਾ ਯੋਧਾ, ਇਸ ਦਰਵਾਜ਼ੇ ਦੀ, ਇਸ ਬਾਰੀ ਦਾ ਪਹਿਰੇਦਾਰ ਹੈ। ਕਾਮ ਕੁਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜਾ। ਕਹਿੰਦੇ ਦੁੱਖ ਤੇ ਸੁੱਖ ਇਹਦੇ ਵਿੱਚ ਮਨੁੱਖ ਉਲਝਿਆ ਰਹਿੰਦਾ ਹੈ। ਜੇ ਸੁੱਖ ਆ ਗਏ ਤੇ ਬਹੁਤਾ ਹੀ ਮਾਣ ਕਰਨਾ। ਜਬ ਕਿਛ ਪਾਵੈ ਤਹ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਦਾ ਹੈ। ਕਹਿੰਦੇ ਇਹ ਸੁਭਾਅ ਬਣ ਗਿਆ, ਦੁੱਖ ਸੁੱਖ ਦੇ ਵਿੱਚ ਹੀ ਉਲਝਿਆ ਹੋਇਆ। ਪਾਪ ਪੁੰਨ ਦਰਵਾਜਾ। ਕਹਿੰਦੇ ਪਾਪ ਤੇ ਪੁੰਨ ਇਹ 2 ਦਰਵਾਜ਼ੇ ਨੇ ਇਹਦੇ ਰੱਖੇ ਹੋਏ, ਕਿ ਪਾਪ ਕਰਮ ਦਾ ਆ ਹੈ, ਪੁੰਨ ਕਰਮ ਦਾ ਆ ਹੈ। ਪੁੰਨ ਕੀਤੇ ਨਾਸ ਹੋ ਜਾਂਦੇ ਨੇ। ਤੇ ਇਹ ਸਾਰੇ ਪਾਪ ਪੁੰਨ ਦੇ ਦਰਵਾਜ਼ੇ 2 ਹੈ। ਕਿਹੜਾ ਦਰਵਾਜ਼ਾ ਖੋਲ੍ਹਣਾ ਹੈ? ਇਹਦੇ ਵਿੱਚ ਤੂੰ ਉਲਝਿਆ ਹੋਇਆ, ਕਿਉਂਕਿ ਮੂਹਰੇ ਪਹਿਲੇ ਕਾਮ ਪਹਿਰੇਦਾਰ ਬਣ ਕੇ ਬੈਠਾ ਹੈ। ਤੇ ਇਹਨਾਂ ਦਰਵਾਜ਼ਿਆਂ ਨੂੰ ਕਿਵੇਂ ਤੂੰ ਲੰਘਣਾ ਹੈ, ਕਿਵੇਂ ਇਹਨੂੰ ਪਾਰ ਕਰਨਾ ਹੈ? ਜਦੋਂ ਭਗਤ ਜੀ ਇੱਥੋਂ ਤੱਕ ਆਏ ਨਾ, ਤਾਂ ਫਿਰ ਕਹਿੰਦੇ ਭਾਈ ਇਹਨੂੰ ਪਾਰ ਕਿਵੇਂ ਕਰਨਾ ਹੈ? ਇਹਨੂੰ ਤੂੰ ਇਹਦੇ ਵਿੱਚ ਲੰਘਣਾ ਕਿਵੇਂ ਆ? ਤੇ ਅੱਗੇ ਫਰਮਾਉਂਦੇ ਹਨ ਕਿ ਭਾਈ ਗੱਲ ਇੱਥੇ ਥੋੜ੍ਹਾ ਮੁੱਕ ਗਈ ਨਹੀਂ, ਇਹਦੇ ਵਿੱਚ ਤ੍ਰਿਸ਼ਨਾ ਵੀ ਹੈ। ਤ੍ਰਿਸ਼ਨਾ ਤੀਰ ਭਰੇ ਕਟੇ ਅੰਤਰ। ਕਹਿੰਦੇ ਇਹ ਹਿਰਦੇ ਦੇ ਵਿੱਚ ਤ੍ਰਿਸ਼ਨਾ ਰੂਪ ਤੀਰ ਭਰੇ ਹੋਏ ਹਨ। ਇਹ ਤੈਨੂੰ ਸਾੜੀ ਜਾਂਦੀ ਹੈ, ਤ੍ਰਿਸ਼ਨਾ ਸਾੜੀ ਜਾਂਦੀ ਹੈ। ਤੇ ਫਿਰ ਕਹਿੰਦੇ ਭਗਤ ਜੀ ਤੁਸੀਂ ਇਹਨੂੰ ਕਿਵੇਂ ਫਤਿਹ ਕੀਤਾ? ਕਹਿੰਦੇ ਇਹਦੇ ਵਾਸਤੇ ਲੜਨ ਵਾਸਤੇ ਤੁਹਾਡੇ ਕੋਲੇ ਵੀ, ਤੇ ਕਹਿੰਦੇ ਅੱਗੇ ਕ੍ਰੋਧ ਪ੍ਰਧਾਨ ਮਹਾ ਬੜ ਦੁੰਦਰ ਮਨ ਮਵਾਸੀ ਰਾਜਾ। ਕਹਿੰਦੇ ਅੱਗੇ ਕ੍ਰੋਧ ਹੈ ਨਾ ਜਿਹੜਾ, ਇਹ ਬੜਾ ਵੱਡਾ ਬਲੀ ਯੋਧਾ ਹੈ। ਤੇ ਕਹਿੰਦੇ ਇਹ ਦੁੰਦ ਮਚਾਉਣ ਵਾਲਾ ਹੈ, ਹਮੇਸ਼ਾ ਲੜਾਈ ਝਗੜੇ ਪੈਦਾ ਕਰ ਦੇਣ ਵਾਲਾ ਹੈ। ਰਾਮ ਸ਼ਕਤ ਦੇ ਵਿੱਚ ਇਹਦੀ ਵਿਚਾਰ ਦੱਸੀ ਨਾ ਵੀ ਕ੍ਰੋਧ ਕਿਹੋ ਜਿਹਾ ਹੈ। ਕ੍ਰੋਧ ਇਹ ਗੱਲ ਬੜੇ ਮਾਨ ਨਾਲ ਕਹਿੰਦਾ ਹੈ, ਅੰਧ ਕਰੋ ਦਰਗਵੰਤਨ ਕੋ ਸ਼ਰਵਣ ਮੰਤਨ ਕੋ ਬਦਰੋ ਕਰ ਡਾਰੋ। ਕਹਿੰਦੇ ਮੈਂ ਅੱਖਾਂ 'ਚ ਦੀਂਦੇ ਹੋਏ ਮਨੁੱਖ ਨੂੰ ਅੰਨਾ ਕਰ ਦਿੰਦਾ। ਜਦੋਂ ਬੰਦਾ ਕ੍ਰੋਧ 'ਚ ਹੋਵੇ ਨਾ, ਕਹਿੰਦਾ ਪਾਸੇ ਹੋ ਜਾ, ਮੈਨੂੰ ਹੁਣ ਕੁਛ ਨਹੀਂ ਦਿਸਦਾ। ਤੇ ਕਹਿੰਦੇ ਕੰਨਾਂ ਨੂੰ ਸੁਣਦਿਆਂ ਹੋਇਆਂ ਵੀ ਬੋਲੇ ਕਰ ਦਿੰਦਾ ਹੈ। ਇਹ ਕਹਿੰਦੇ ਪ੍ਰਧਾਨਗੀ ਦਿੱਤੀ ਹੋਈ ਫੌਜ ਦੀ ਇਹ ਸੂਬੇਦਾਰ ਹੈ, ਇਹ ਜਰਨੈਲ ਹੈ ਇਹਨਾਂ ਦਾ। ਕ੍ਰੋਧ ਪ੍ਰਧਾਨ ਮਹਾ ਬੜ ਦੁੰਦਰ। ਕਹਿੰਦੇ ਇਸ ਕਿਲੇ 'ਚ ਜਾਣਾ ਕਿਤੇ ਸੌਖਾ ਹੈ? ਕਹਿੰਦੇ ਹਾਂ ਜਾ ਸਕਦੇ ਆ। ਗੁਰਸਿੱਖਾਂ ਵਾਸਤੇ ਤਾਂ ਮਹਾਰਾਜ ਨੇ ਇੰਨਾ ਸੌਖਾ ਰਾਹ ਦੱਸ ਦਿੱਤਾ ਨਾ, ਪਰ ਭਗਤ ਕਬੀਰ ਜੀ ਵਰਗੇ ਜਦੋਂ ਚੜ੍ਹੇ ਨਾ, ਫਿਰ ਕਹਿੰਦੇ ਭਾਈ ਅਸੀਂ ਚੜ੍ਹੇ ਪਤਾ ਕਿਵੇਂ ਹੈ? ਅਸੀਂ ਵੀ ਫਿਰ ਯੁੱਧ ਕਰਨ ਵਾਸਤੇ ਸ਼ਾਸਤਰ ਤਿਆਰ ਕੀਤੇ, ਯੁੱਧ ਲੜਿਆ। ਕਹਿੰਦੇ ਕਿਵੇਂ ਲੜਿਆ ਭਗਤ ਜੀ? ਕਹਿੰਦੇ ਪ੍ਰੇਮ ਪਲੀਤਾ। ਕਹਿੰਦੇ ਪ੍ਰੇਮ ਦਾ ਪਲੀਤਾ ਲਾਇਆ ਤੇ ਫਿਰ ਪ੍ਰੇਮ ਪਲੀਤਾ ਚਾੜ ਕੇ ਨਾ ਅਸੀਂ, ਤੇ ਫਿਰ ਜਿਹੜਾ ਗਿਆਨ ਹਵਾਈ ਗੋਲਾ ਗਿਆਨ ਚਲਾਇਆ। ਕਹਿੰਦੇ ਫਿਰ ਇਹਦਾ ਗਿਆਨ ਦਾ ਗੋਲਾ ਚਾੜ ਕੇ ਨਾ, ਤੇ ਇਸ ਪਲੀਤੇ ਨੂੰ ਅੱਗ ਪਤਾ ਕਿਵੇਂ ਲਾਈ? ਬ੍ਰਹਮ ਅਗਨ ਪਰ। ਕਹਿੰਦੇ ਬ੍ਰਹਮ ਦੀ ਅਗਨੀ ਦੇ ਨਾਲ ਇਸ ਨੂੰ ਅੱਗ ਲਾ ਦਿੱਤੀ। ਇੱਕ ਹੈ ਚੋਟ ਸੁਝਾਇਆ। ਕਹਿੰਦੇ ਇੱਕੋ ਹੀ ਚੋਟ ਇਹੋ ਜੀ ਮਾਰੀ
ਤੇ ਇਸ ਮਨ ਨੂੰ ਫਿਰ ਸਮਝ ਆ ਗਈ। ਤੇ ਕਹਿੰਦੇ ਹੋਰ ਵੀ ਲੜਾਈ ਲੜੀ, ਕਹਿੰਦੇ ਹਾਂ ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਏ ਦਰਵਾਜ਼ਾ। ਕਹਿੰਦੇ ਪ੍ਰਮਾਤਮਾ ਨੇ ਸਾਨੂੰ ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ ਬਖਸ਼ੀ ਹੈ ਨਾ, ਇਹਦੀ ਵਰਤੋਂ ਭਾਈ ਕਿੱਥੇ ਕਰਨੀ ਸੀ। ਕਹਿੰਦੇ ਜਿਹੜਾ ਦਰਵਾਜ਼ਾ ਸੀ ਨਾ ਪਾਪ ਪੁੰਨ ਦਾ, ਉਹਨੂੰ ਤੋੜਨ ਵਾਸਤੇ ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਏ ਦਰਵਾਜ਼ਾ। ਕਹਿੰਦੇ ਦੋਏ ਦਰਵਾਜ਼ੇ ਭੰਨ ਤੇ ਫਿਰ ਅਸੀਂ ਤੇ ਪ੍ਰਭੂ ਦੇ ਨਾਮ ਸਿਮਰਨ ਵਿੱਚ ਲੱਗ ਗਏ। ਫਿਰ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਕਹਿੰਦੇ ਜਿਹੜਾ ਮਨ ਸੀ ਨਾ, ਇਹ ਜਿਹੜੀ ਮਨ ਨੇ ਫੌਜ ਰੱਖੀ ਹੋਈ ਸੀ, ਮਨ ਜੀਤੇ ਜਗ ਜੀਤ। ਕਹਿੰਦੇ ਭਾਈ ਇਸ ਮਨ ਦੀ ਇਸ ਸੰਪਤੀ ਨੂੰ, ਇਸ ਸਾਰੀ ਫੌਜ ਨੂੰ ਅਸੀਂ ਜਿੱਤਿਆ ਕਿਵੇਂ? ਕਹਿੰਦੇ ਪ੍ਰੇਮ ਦੇ ਨਾਲ, ਬ੍ਰਹਮ ਅਗਨੀ ਦੇ ਨਾਲ, ਸਿਮਰਨ ਦੇ ਨਾਲ। ਜਿਹੜਾ ਐਸਾ ਵਾਹਿਗੁਰੂ 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 ਦਾ ਸਿਮਰਨ ਕੀਤਾ ਤੇ ਇਹਦੇ ਨਾਲ ਜਿਹੜੀ ਸਾਡੇ ਲਲਾਟ ਦੇ ਵਿੱਚ, ਮਸਤਕ ਦੇ ਵਿੱਚ ਐਸੀ ਇੱਕ ਜੋਤ ਪੈਦਾ ਹੋਈ ਤੇ ਜਿਹਨੇ ਇਹ ਸਾਰੇ ਦਗਧ ਕਰ ਦਿੱਤੇ, ਕੋਈ ਇਹਨਾਂ ਦੇ ਸਾਹਮਣੇ ਟੇਕ ਨਹੀਂ ਸਕਿਆ। ਸਤਿਗੁਰੂ ਪਾਤਸ਼ਾਹ ਜੀ ਨੇ ਐਸੀ ਕਹਿੰਦੇ ਕਿਰਪਾ ਕਰ ਦਿੱਤੀ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਕਹਿੰਦੇ ਭਾਈ ਇਸ ਤਰ੍ਹਾਂ ਅਸੀਂ ਇਹ ਰਾਜ ਪ੍ਰਾਪਤ ਕੀਤਾ ਹੈ। ਸਾਧ ਸੰਗਤ ਜੀ, ਜਦੋਂ ਭਗਤ ਜੀ ਨੇ ਇਹ ਸ਼ਬਦ ਸੰਪੂਰਨ ਕੀਤਾ ਨਾ, ਕਹਿੰਦੇ ਫਿਰ ਭਾਈ ਕਹਿੰਦੇ ਅਸੀਂ ਅਬਨਾਸੀ ਰਾਜ ਪ੍ਰਾਪਤ ਕਰਕੇ ਹੁਣ ਅਸੀਂ ਦਸਮ ਦੁਆਰ ਵਿੱਚ ਟਿਕੇ ਹੋਏ ਹਾਂ। ਜਦੋਂ ਇਹ ਸ਼ਬਦ ਦੀ ਸਮਾਪਤੀ ਕੀਤੀ ਨਾ, ਰਾਜ ਲਿਓ ਅਬਨਾਸੀ, ਤਾਂ ਸਾਧ ਸੰਗਤ ਜਿਹੜਾ ਸਿਕੰਦਰ ਲੋਧੀ ਸੀ, ਰਾਜਾ ਸੀ ਮੌਕੇ ਦਾ, ਉਹਨੂੰ ਖਬਰ ਦੇ ਦਿੱਤੀ ਜਾ ਕੇ ਕਿ ਤੇਰੇ ਰਾਜ ਦੇ ਵਿੱਚ ਭਗਤ ਕਬੀਰ ਜੀ ਨੇ ਜਲਾਹੇ, ਉਹਨਾਂ ਨੇ ਬੜੇ ਆਪਣੇ ਸੇਵਕ ਬਣਾਏ ਨੇ, ਸਭ ਨੂੰ ਨਾਮ ਜਪਾ ਕੇ ਆਪਦੇ ਸੇਵਕ ਬਣਾ ਲੈਂਦੇ ਨੇ, ਰੱਬ ਦੇ ਨਾਮ ਵਿੱਚ ਜੋੜ ਦਿੰਦੇ ਨੇ। ਤੇ ਅੱਜ ਉਹ ਗਾ ਰਹੇ ਸੀ ਕਿ ਅਬਨਾਸੀ ਰਾਜ ਪ੍ਰਾਪਤ ਕਰ ਲਿਆ, ਭਾਵ ਤੇਰੇ ਰਾਜ ਨੂੰ ਲਏਗਾ, ਤੇਰਾ ਰਾਜ ਵੀ ਖੋਹ ਲਏਗਾ ਉਹ। ਤੇ ਫਿਰ ਭਗਤ ਕਬੀਰ ਜੀ ਨੂੰ ਫੜ ਕੇ ਸਿਕੰਦਰ ਲੋਧੀ ਨੇ ਕਦੇ ਅੱਗ 'ਚ ਸਿੱਟਿਆ, ਹਾਥੀ ਮੂਹਰੇ ਸੁੱਟਿਆ, ਰਹੋ ਵਿਚਾਰ ਬਹੁਤ ਲੰਮੀਆਂ ਸਾਖੀਆਂ ਨੇ। ਪਰ ਸਾਧ ਸੰਗਤ ਉਹਨਾਂ ਨੂੰ ਡਰ ਨਹੀਂ, ਕੋਈ ਡਰ ਨੇੜੇ ਵੀ ਨਹੀਂ ਆਇਆ। ਗੁਰਸਿੱਖਾਂ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਿੱਖਿਆ ਦਿੱਤੀ ਹੈ ਕਿ ਗੁਰੂ ਕੇ ਸਿੱਖੋ, ਜਿਹੜਾ ਖਾਲਸਾ ਪੰਥ ਸਾਜਿਆ ਨਾ ਮਹਾਰਾਜ ਨੇ, ਇਹ ਕੱਲੇ ਕੱਲੇ ਸਿੱਖ ਨੂੰ ਅਬਨਾਸੀ ਰਾਜ ਦੇ ਕੇ ਸਾਜਿਆ ਮਹਾਰਾਜ ਨੇ। ਏਡੀ ਵੱਡੀ ਕਿਰਪਾ ਕੀਤੀ ਹੈ ਨਿਰਯਤਨ। ਸਤਿਗੁਰੂ ਪਾਤਸ਼ਾਹ ਨੇ ਸਿਰਫ ਕਿਹਾ ਹੈ ਕਿ ਤੁਹਾਡਾ ਯਤਨ ਇਹਦੀ ਪਹਿਰੇਦਾਰੀ ਕਰਨੀ ਹੈ। ਹੁਕਮ ਕਰ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਹੋ ਮੈਂ ਕਰੂੰ ਨਿਵਾਸ, ਖਾਲਸਾ ਮੇਰਾ ਸੱਜਣ ਸੂਰਾ, ਖਾਲਸਾ ਮੇਰਾ ਸਤਿਗੁਰ ਪੂਰਾ। ਕਿਹਾ ਕਿ ਜਿਹੜਾ ਮੈਂ ਖਾਲਸਾ ਸਾਜਿਆ ਨਾ, ਇਹ ਇੱਕ ਹੰਨੇ ਹੰਨੇ ਬਾਦਸ਼ਾਹ ਹੈ, ਇਹਦੀ ਬਾਦਸ਼ਾਹਤ ਕਾਇਮ ਤਾਂ ਰਹੇਗੀ ਜੇ ਜਬ ਲਗ ਖਾਲਸਾ ਰਹੇ ਨਿਆਰਾ। ਉਦੋਂ ਤੱਕ ਇਹਨੂੰ ਤੇਜ ਪ੍ਰਤਾਪ ਦੇਣਾ ਹੈ, ਇਹਦੇ ਵਿੱਚ ਸ਼ਕਤੀ ਵੀ ਰਹੇਗੀ ਤੇ ਇਹਦਾ ਪ੍ਰਤਾਪ ਵੀ ਵਧੇਗਾ। ਜਦੋਂ ਇਹ ਆਪਣਾ ਸਿਧਾਂਤ ਛੱਡ ਗਿਆ, ਜਦੋਂ ਇਹ ਖਾਲਸੇ ਦੀ ਪ੍ਰਕਿਰਿਆ ਤੋਂ ਬਾਹਰ ਨਿਕਲ ਗਿਆ, ਫਿਰ ਕਹਿੰਦੇ ਇਹਦਾ ਭਰੋਸਾ ਨਹੀਂ ਕਰਨਾ ਮੈਂ, ਇਹ ਰਾਜ ਤੋਂ ਹੀ ਨਾ ਹੋ ਜਾਏਗਾ, ਪ੍ਰਤਾਪ ਤੋਂ ਵੀ ਨਾ ਹੋ ਜਾਏਗਾ, ਰਾਜ ਤਾਂ ਸਾਹਮਣਾ ਪਊ ਨਾ। ਇਹ ਪ੍ਰਤੱਖ ਮਿਸਾਲਾਂ ਨੇ ਸਾਧ ਸੰਗਤ। ਜਦੋਂ ਨਵਾਬ ਕਪੂਰ ਸਿੰਘ ਨੂੰ ਨਵਾਬੀ ਦੇਣ ਲੱਗੇ ਨਾ, ਤੇ ਉਹ ਗੁਰੂ ਕਾ ਸਿੱਖ ਸਮਝਦਾ ਸੀ ਕਿ ਕਿਤੇ ਰਾਜਸਤਾ ਦੇ ਵਿੱਚ ਮੈਂ ਸਿੱਖੀ ਨਾ ਛੱਡ ਜਾਵਾਂ, ਸੇਵਾ ਤੇ ਸਿਮਰਨ ਨਾ ਛੱਡ ਦੇਵਾਂ। ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ, ਖਾਲਸਾ ਜੀ ਬੇਸ਼ੱਕ ਨਵਾਬੀ ਦੇ ਦਿਓ, ਤੁਹਾਡਾ ਹੁਕਮ ਹੈ, ਪਰ ਜਿਹੜਾ ਮੈਂ ਪੱਖਾ ਕਰਨਾ ਹੈ ਤੇ ਘੋੜਿਆਂ ਦੀ ਲਿੱਦ ਚੁੱਕਣੀ ਹੈ, ਇਹ ਨਾ ਮੇਰੇ ਤੋਂ ਲੈ ਲਿਓ ਵੀ ਹੁਣ ਤੂੰ ਨਵਾਬ ਬਣ ਗਿਆ ਤੇ ਤੂੰ ਇਹ ਸੇਵਾ ਨਹੀਂ ਕਰ ਸਕਦਾ। ਸਾਧ ਸੰਗਤ, ਰਾਜ ਕਾਇਮ ਰੱਖਣ ਵਾਸਤੇ ਇਹ ਦੋ ਚੀਜ਼ਾਂ ਜ਼ਰੂਰੀ ਸੀ। ਪਹਿਰਾ ਦੇਣਾ, ਪਰਮਾਤਮਾ ਦਾ ਸਿਮਰਨ। ਸਾਨੂੰ ਸ਼ਕਤੀ ਕਿੱਥੋਂ ਮਿਲਣੀ ਸਾਧ ਸੰਗਤ? ਸ਼ਕਤੀ ਮਿਲਣੀ ਨਾਮ ਚੋਂ। ਉਹ ਨਾਮ ਚੋਂ ਸ਼ਕਤੀ ਮਿਲਣ ਕਰਕੇ ਸ਼ਕਤੀ ਦਾ ਸਮੁੰਦਰ ਸਾਨੂੰ ਮਹਾਰਾਜ ਨੇ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ।
ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਜੀ ਬਹੁਤ ਵੱਡੀ ਸ਼ਕਤੀ ਦੇ ਨਾਲ, ਅਥਾਹ ਸ਼ਕਤੀ ਦੇ ਨਾਲ ਸਾਨੂੰ ਜੋੜ ਦਿੱਤਾ। ਪਰ ਨਾਲ ਭਰੋਸਾ, ਭਾਵਨਾ, ਸ਼ਰਧਾ ਇਹ ਜ਼ਰੂਰੀ ਆ। ਜਦੋਂ ਤੱਕ ਅਸੀਂ ਸ਼ਰਧਾ ਤੇ ਭਾਵਨਾ ਨਹੀਂ ਰੱਖਾਂਗੇ, ਉਦੋਂ ਤੱਕ ਸਾਧ ਸੰਗ ਸਾਡੀਆਂ ਸਰਦਾਰੀਆਂ, ਸਾਡੀਆਂ ਰਾਜ ਸੱਤਾਵਾਂ, ਸਾਡੇ ਝੁਲਦੇ ਨਿਸ਼ਾਨ ਧੁੰਦਲੇ ਪੈ ਜਾਂਦੇ ਨੇ। ਇਹੀ ਕਾਰਨ ਸੀ ਕਿ ਜਰਾ ਕੁ ਵੀ ਮਨ ਵਿੱਚ ਕਚਿਆਈ ਆਈ, ਉਸ ਢਿੱਲ ਨੂੰ ਜਦੋਂ ਸਮਝਿਆ ਤੇ ਮਹਾਰਾਜਾ ਰਣਜੀਤ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਕਹਿਣ ਤੇ ਨੰਗੇ ਪੈਰੀ ਚੱਲ ਕੇ ਇੱਥੇ ਆ ਗਿਆ ਕਿ ਖਾਲਸਾ ਜੀ, ਇਸ ਇਨਸਾਨ ਤੋਂ ਗਲਤੀ ਹੋ ਗਈ, ਮੈਨੂੰ ਬਖਸ਼ ਲਓ। ਕਿਉਂਕਿ ਜਿਨ੍ਹਾਂ ਦੇ ਮਨ ਵਿੱਚ ਇਹ ਗਿਆਨ ਹੈ ਕਿ ਇਹ ਰਾਜ ਸ਼ਕਤੀ, ਇਹ ਸਤਾ ਤੇ ਪ੍ਰਤਾਪ, ਝੂਲਦੇ ਨਿਸ਼ਾਨ ਇਹ ਪੰਥ ਦੇ ਆ। ਜਦੋਂ ਇਸ ਨੂੰ ਕਿਸੇ ਨੇ ਨਿੱਜੀ ਸਮਝ ਲਿਆ ਕਿ ਇਹ ਨਿਸ਼ਾਨ ਝੂਲਦੇ ਮੇਰੇ ਆ, ਇਹ ਮੇਰੇ ਕਾਰਨ ਹੈ, ਸਾਧ ਸੰਗਤ ਸਮਝੋ ਉਸ ਦਿਨ ਤੋਂ ਢਹਿੰਦੀ ਕਲਾ ਸ਼ੁਰੂ ਹੋ ਜਾਏਗੀ। ਜਦੋਂ ਇਸ ਨੂੰ ਅਮਾਨਤ ਸਮਝਿਆ ਪੰਥ ਦੀ, ਤੇ ਫਿਰ ਪੰਥ ਤਾਂ ਸਾਰਾ ਹੀ ਗਾਉਂਦਾ, ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਗਾਉਂਦਾ ਨਾ। ਸਾਧ ਸੰਗਤ ਜੀ, ਇੱਕ ਵਾਰ ਸ਼੍ਰੀ ਮਾਨ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਕੁਝ ਕੁ ਸਿੰਘ ਜਿਹੜੇ ਚਾਹੁੰਦੇ ਸੀ ਸਿਮਰਨ ਭਜਨ ਕਰਨਾ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਛੱਡਿਆ ਏ। ਸਿੰਘਾਂ ਦੀ ਬੇਨਤੀ ਮੰਨੀ। ਉਹਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਵੀ ਸਨ। ਅਸੀਂ 11 ਸਿੰਘ ਸੀ। ਰਾਗੀ ਭਾਈ ਰਾਮ ਸਿੰਘ ਜੀ, ਭਾਈ ਦਲਬੀਰ ਸਿੰਘ ਜੀ, ਭਾਈ ਠਾਕਰ ਸਿੰਘ ਪਟਿਆਲੇ ਵਾਲਾ, ਇਸੇ ਤਰ੍ਹਾਂ ਭਾਈ ਜਰਨੈਲ ਸਿੰਘ ਬਹਿਲਾ ਸੀ, ਦਾਸ ਸੀ, ਸਵਰਨ ਸਿੰਘ ਸੀ। ਅਸੀਂ 11 ਜਾਣੇ ਸੀ। ਜਦੋਂ 45 ਕੁ ਦਿਨ ਉੱਥੇ ਰਹਿ ਕੇ ਸਿਮਰਨ ਕੀਤਾ, ਕਿਸੇ ਨੇ ਜਪਜੀ ਸਾਹਿਬ ਜੀ ਦੇ ਪਾਠ ਕੀਤੇ, ਕਿਸੇ ਨੇ ਸਵਾ ਲੱਖ ਮੂਲ ਮੰਤਰ ਦਾ ਅਭਿਆਸ ਰੱਖਿਆ ਸੀ। ਜਦੋਂ ਸਾਰਿਆਂ ਨੇ ਅਖੀਰਲੇ ਦਿਨ ਕਿਹਾ ਕਿ ਅੱਜ ਭਾਈ ਇੱਥੇ ਸੰਪੂਰਨਤਾ ਕਰਨੀ ਹੈ, ਤਖ਼ਤ ਸਾਹਿਬ ਤੇ ਅਰਦਾਸ ਕਰਾਈ, ਦੇਗ ਕਰਾਈ। ਸ਼ਾਮ ਨੂੰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਉਦੋਂ ਤਾਂ ਵਿਦਿਆਰਥੀ ਹੋਏ ਸਨ, ਸਾਨੂੰ ਪੁੱਛਣ ਲੱਗੇ ਵੀ ਅੱਜ ਅਰਦਾਸ ਕੀ ਕੀਤੀ ਤੁਸੀਂ? ਉਹ ਸਾਰੇ ਚੁੱਪ, ਵੀ ਇਹ ਤੇ ਗੱਲ ਆਪਣੇ ਮਨ ਤੱਕ, ਆਪਣੇ ਤੱਕ ਹੀ ਸੀਮਿਤ ਰੱਖਣੀ ਚਾਹੀਦੀ। ਕਹਿੰਦੇ ਕੋਈ ਨਹੀਂ ਭਾਈ, ਇਹਦੇ ਚੋਂ ਵੀ ਸਾਨੂੰ ਕੋਈ ਸਿੱਖਿਆ ਹੀ ਮਿਲੇਗੀ। ਕਿਸੇ ਨੇ ਕਿਹਾ ਮੇਰਾ ਸਵਾਸ ਸਿਮਰਨ ਚੱਲ ਜਾਏ, ਕਿਸੇ ਨੇ ਕਿਹਾ ਕਿ ਸਾਰੀ ਉਮਰ ਹੀ ਜੱਥੇ ਵਿੱਚ ਲੱਗ ਜੇ, ਮੇਰੀ ਦਮਦਮੀ ਟਕਸਾਲ ਵਿੱਚ ਰਹਿ ਕੇ ਸੇਵਾ ਕਰੀਏ, ਕੀਰਤਨ ਕਰੀਏ। ਕਿਸੇ ਨੇ ਕੁਝ। ਹੈ ਤਾਂ ਸੁਭ ਗੁਣੀ ਸੀ, ਸਾਰੇ ਚੰਗੀਆਂ ਅਰਦਾਸਾਂ। ਤੇ ਸਾਰੇ ਇਕੱਠੇ ਹੋ ਕੇ ਪੁੱਛਣ ਲੱਗੇ ਸੰਤ ਬਾਬਾ ਜਰਨੈਲ ਸਿੰਘ ਨੂੰ ਕਿ ਤੁਸੀਂ ਕੀ ਅਰਦਾਸ ਕੀਤੀ ਹੈ? ਕਹਿੰਦੇ ਕੋਈ ਨਹੀਂ, ਅਸੀਂ ਵੀ ਆਈ ਕੀਤੀ ਹੈ। ਟਾਲ ਗਏ ਗੱਲ ਨੂੰ। ਫਿਰ ਸਾਰਿਆਂ ਨੇ ਇਕੱਠੇ ਹੋ ਕੇ, ਨਹੀਂ ਸਾਨੂੰ ਪੁੱਛਿਆ, ਤੁਸੀਂ ਵੀ ਦੱਸੋ। ਕਹਿਣ ਲੱਗੇ ਕਿ ਮੈਂ ਤੇ ਅਰਦਾਸ ਕੀਤੀ ਕਿ ਕਲਗੀਧਰ ਮਹਾਰਾਜ, ਦਤਾਰ ਪਾਤਸ਼ਾਹ, ਤੂੰ ਖਾਲਸਾ ਪੰਥ ਸਾਜਿਆ ਹੈ, ਤੂੰ ਇਸ ਖਾਲਸੇ ਪੰਥ ਦੀ ਚੜ੍ਹਦੀ ਕਲਾ ਕਰ। ਤੇ ਨਾਲ ਹੀ ਕਹਿਣ ਲੱਗੇ ਗੁਰਸਿੱਖੋ, ਦੇਖੋ ਆਪਾਂ ਪੰਥ ਕਰਕੇ ਹੀ ਆਪਣਾ ਮਾਣ ਸਤਿਕਾਰ ਹੈ। ਏਡਾ ਵੱਡਾ ਪੰਥ ਸਾਜਿਆ ਮਹਾਰਾਜ ਨੇ, ਤੇ ਪੰਥ ਸਾਜ ਕੇ ਪੰਥ ਨੂੰ ਮਹਾਰਾਜ ਨੇ ਸ਼ਕਤੀ ਬਖਸ਼ੀ ਹੈ। ਜਦੋਂ ਪੰਥ ਤਕੜਾ ਹੋਊਗਾ ਤੇ ਆਪਾਂ ਵੀ ਸਾਰੇ ਤਕੜੇ ਹੋਵਾਂਗੇ। ਇਸ ਕਰਕੇ ਆਪਣੀ ਨਿੱਜੀ ਅਰਦਾਸ ਵਿੱਚ ਵੀ ਇੱਕ ਵਾਰ ਜ਼ਰੂਰ ਇਹ ਅਰਦਾਸ ਕਰਿਆ ਕਰੋ ਕਿ ਸਤਿਗੁਰੂ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰ। ਆਪਣੇ ਪੰਥ ਨੂੰ, ਪੰਥ ਪ੍ਰਸਤਾਂ ਦੇ ਹੱਥ ਵਿੱਚ ਸ਼ਕਤੀ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਸੇਵਾ ਬਖਸ਼। ਕਹਿੰਦੇ ਇਹ ਅਰਦਾਸ ਕਰਿਆ ਕਰੋ, ਤਾਂ ਹੀ ਕਹਿੰਦੇ ਦੁਸ਼ਟਾਂ ਮਲੇਸ਼ਾਂ ਦਾ ਨਾਸ ਹੋਊਗਾ ਨਾ। ਜਦੋਂ ਕੱਲਾ ਕੱਲਾ ਸਿੱਖ ਆਪਣੇ ਘਰਾਂ 'ਚ ਬੈਠ ਕੇ ਕੋਈ ਸੁਖਮਨੀ ਸਾਹਿਬ ਪੜ੍ਹਦਾ ਹੈ, ਕੋਈ ਜਪਜੀ ਸਾਹਿਬ ਪੜ੍ਹਦਾ ਹੈ, ਕੋਈ ਜਾਪ ਸਾਹਿਬ ਪੜ੍ਹਦਾ ਹੈ, ਕੋਈ ਸਿਮਰਨ ਵਾਹਿਗੁਰੂ ਦਾ ਕਰਦਾ ਹੈ, ਤੇ ਜਦੋਂ ਉਹ ਗੁਰੂ ਕੇ ਸਿੱਖ ਅਰਦਾਸ ਕਰਨਗੇ ਨਾ ਕਿ ਸੱਚੇ ਪਾਤਸ਼ਾਹ ਜੀ, ਦੁਸ਼ਟਾਂ ਮਲੇਸ਼ਾਂ ਤੋਂ ਇਸ ਪੰਥ ਨੂੰ ਤੂੰ ਨਿਰਲੇਪ ਰੱਖੀ, ਤੇ ਪੰਥ ਪ੍ਰਸਤਾਂ ਦੀ ਜਮਾਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਬਖਸ਼ ਕੇ ਉਹਨਾਂ ਨੂੰ ਸੇਵਾ ਦਾ ਮੌਕਾ ਦੇਈ। ਤੇ ਫਿਰ ਕਹਿੰਦੇ ਦੇਖੋ ਕਿਵੇਂ ਚੜ੍ਹਦੀ ਕਲਾ ਹੋਊਗੀ। ਅਸੀਂ ਤੇ ਆਪਣੇ ਹੀ ਪੁੱਤ ਮੰਗ ਲਿਆ, ਦੁੱਧ ਮੰਗ ਲਿਆ, ਪਦਾਰਥ ਮੰਗ ਲਏ। ਕਹਿੰਦੇ ਮੰਗੋ ਇਹ ਸਭ ਕੁਝ, ਪਰ ਇਹ ਜ਼ਰੂਰ ਮੰਗੋ ਕੋਈ ਪੰਥ ਦੀ ਚੜ੍ਹਦੀ ਕਲਾ ਹੋਵੇ।
ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਇਹ ਹੁਕਮ ਕਰਦੇ ਨੇ ਕਿ ਇਹ ਗੁਰਸਿੱਖ, ਇਹ ਜਗਿਆਸੂ ਜੀਵ, ਜੇ ਤੂੰ ਪਰਮਾਤਮਾ ਦੇ ਨਾਮ ਤੋਂ ਭੁੱਲ ਗਿਆ, ਕਿਉਂਕਿ ਤੂੰ ਮਾਤਾ ਦੇ ਗਰਭ ਦੇ ਵਿੱਚ ਬੜੇ ਇਕਰਾਰ ਕੀਤੇ ਨੇ ਕਿ ਮਹਾਰਾਜ ਤੂੰ ਮੈਨੂੰ ਇਸ ਗਰਭ ਵਿੱਚੋਂ ਕੱਢ ਤੇ ਮੈਂ ਤੇਰਾ ਨਾਮ ਜਪਾਂਗਾ। ਪਰ ਹੋਇਆ ਕਿ ਵਿੱਚੋਂ ਗਰਭ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ, ਫਿਰ ਦੁਨੀਆ ਨਾਲ ਚਿੱਤ ਜੋੜ ਲਿਆ, ਉਸ ਖਸਮ ਦੀ ਗੱਲ ਛੱਡ ਦਿੱਤੀ ਤੇ ਹੁਣ ਫਿਰ ਚੇਤੇ ਕਰਾਉਂਦੇ ਨੇ ਗੁਰੂ ਸਾਹਿਬ ਕਿ ਭਾਈ ਵੇਖੀ ਕਿਤੇ ਨਾਨਕ ਨਾਵੋ ਕੁੱਥਿਆ। ਕਹਿੰਦੇ ਜਿਹੜੇ ਭਾਈ ਨਾਮ ਤੋਂ ਭੁੱਲ ਗਏ, ਨਾਮ ਜਿਨ੍ਹਾਂ ਨੇ ਵਿਸਾਰ ਦਿੱਤਾ, ਤੇ ਭਾਈ ਫਿਰ ਹੋਵੇਗਾ ਕਿ ਜੇ ਇਸ ਨਾਮ ਨੂੰ ਤੂੰ ਆਪ ਵਿਸਾਰ ਦਿੱਤਾ, ਨਾਮ ਭੁਲਾ ਦਿੱਤਾ, ਨਾਮ ਜਪਿਆ ਹੀ ਨਾ, ਤੇ ਨਾਮ ਦਾ ਤੂੰ ਬਹਾਨਾ ਹੀ ਬਣਾ ਛੱਡਿਆ ਕਿ ਮੈਂ ਤਾਂ ਬਹੁਤ ਜਪਦਾ ਦੀ, ਪਰ ਅੰਦਰੋਂ ਤੇਰੀ ਰਹਿਣੀ ਹੋਰ ਹੈ, ਕਥਨੀ ਤੇਰੀ ਹੋਰ ਹੈ, ਫਿਰ ਕਹਿੰਦੇ ਤੂੰ ਇਸ ਨਾਮ ਤੋਂ ਭੁੱਲ ਗਿਆ ਹੈ। ਜਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜੈ ਭਾਏ। ਹਜ਼ੂਰ ਫਰਮਾਉਂਦੇ ਨੇ ਨਾਨਕ ਨਾਮੋਂ ਕੁੱਥਿਆ, ਹਲਤ ਪਲਤ ਸਭ ਜਾਏ। ਕਹਿੰਦੇ ਵੇਖੀ ਜੇ ਤੂੰ ਨਾਮ ਤੋਂ ਭੁੱਲ ਗਿਆ ਨਾ ਤੇ ਤੇਰਾ ਇਹ ਲੋਕ ਵੀ ਵਿਅਰਥ ਚਲੇਗਾ, ਤੇ ਪ੍ਰਲੋਕ ਦੇ ਵਿੱਚ ਵੀ ਤੈਨੂੰ ਸੁੱਖ ਨਹੀਂ ਮਿਲਣਾ, ਤੇਰਾ ਹਿਸਾਬ ਤਾਂ ਹੋਣਾ ਹੀ ਹੈ ਨਾ। ਉਦੋਂ ਤੂੰ ਫਿਰ ਪਛਤਾਉਣਾ ਪਏਗਾ, ਤੇਰਾ ਲੋਕ ਵੀ ਤੇ ਪ੍ਰਲੋਕ ਵੀ ਸੁਧਰੇਗਾ ਨਹੀਂ ਜੇ ਤੂੰ ਪ੍ਰਮਾਤਮਾ ਦੇ ਨਾਮ ਨੂੰ ਭੁਲਾ ਦਿੱਤਾ ਹੈ। ਤੇ ਜਿਹੜੇ ਕਹਿੰਦੇ ਜੀ ਅਸੀਂ ਬਹੁਤ ਜਲ ਧਾਰੇ ਕਰਦੇ ਹਾਂ, ਅਸੀਂ ਵਰਤ ਰੱਖਦੇ ਹਾਂ, ਅਸੀਂ ਪੁੱਠੇ ਲਮਕਦੇ ਹਾਂ, ਬੜਾ ਹੱਠ ਕਰਦੇ ਹਾਂ, ਮਹਾਰਾਜ ਕਹਿੰਦੇ ਭਾਈ ਜੇ ਪ੍ਰਮਾਤਮਾ ਦਾ ਜਪ ਨਹੀਂ ਨਾ ਕਰਦੇ, ਸਿਮਰਨ ਨਹੀਂ ਕਰਦੇ, ਤੇ ਫਿਰ ਜਿਹੜਾ ਪਹਿਲਾਂ ਵੀ ਕੀਤਾ ਹੋਇਆ ਨਾ ਜਪ ਤਪ ਸੰਜਮ ਸਭ ਹਿਰ ਲਿਆ, ਕਹਿੰਦੇ ਫਿਰ ਭਾਈ ਤੇਰਾ ਪਹਿਲਾਂ ਕੀਤਾ ਹੋਇਆ ਪਿਛਲੇ ਜਨਮਾਂ ਦਾ ਕੀਤਾ ਹੋਇਆ ਜਪ ਤਪ ਵੀ ਖਤਮ ਹੋ ਜਾਵੇਗਾ। ਕਰਮ ਧਰਮ ਪਾਖੰਡ ਜੋ ਦੀਸੈ ਤਿਸ ਜਮ ਜਾਗਾਤੀ ਲੂਟਾ ਹੈ, ਕਹਿੰਦੇ ਰਾਹ 'ਚ ਹੀ ਲੁੱਟਿਆ ਜਾਣਾ। ਇਸ ਕਰਕੇ ਬਚਨ ਦੀ ਲੋੜ ਹੈ। ਜਿਹੜਾ ਅੱਜ ਦਾ ਸਮਾਂ ਹੈ, ਤੂੰ ਅੱਜ ਦਾ ਸਮਾਂ ਤਾਂ ਸੰਭਾਲ, ਪਿਛਲੇ ਚੰਗੇ ਕਰਮਾਂ ਕਰਕੇ ਤੈਨੂੰ ਗੁਰਸਿੱਖਾਂ ਦੇ ਘਰ ਦਾ ਜਨਮ ਮਿਲ ਗਿਆ, ਹੋਰ ਚੰਗੇ ਕਰਮ ਹੋਣ ਕਰਕੇ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਪੰਜਾਂ ਪਿਆਰੇ ਨੇ ਤੈਨੂੰ ਗੁਰਮੰਤਰ ਦੇ ਕੇ ਗੁਰੂ ਨਾਲ ਜੋੜ ਦਿੱਤਾ, ਗੁਰੂ ਵਾਲੇ ਬਣਾ ਦਿੱਤਾ। ਪਰ ਭਾਈ ਅਗਲਾ ਕਰਮ ਤਾਂ ਤੇਰਾ ਨਾ, ਇਸ ਖੇਤੀ ਨੂੰ ਸਾਂਭਣਾ ਤੇਰਾ ਕਰਮ ਧਰਮ ਤੇ ਫਰਜ਼ ਬਣਦਾ ਹੈ। ਤੂੰ ਇਸ ਨੂੰ ਸਾਂਭਣਾ ਸੀ, ਅੰਮ੍ਰਿਤ ਵੇਲੇ ਉੱਠਣਾ ਸੀ। ਜੋ ਪੰਜਾਂ ਪਿਆਰੇ ਨੇ ਸਾਨੂੰ ਹੁਕਮ ਲਾਇਆ ਹੈ ਕਿ ਭਾਈ ਇਸ ਤਰ੍ਹਾਂ ਦਾ ਜੀਵਨ ਬਸਰ ਕਰਨਾ ਹੈ, ਉਹਦੇ ਤੇ ਤਾਂ ਖੜੇ ਹੀ ਨਾ। ਜੇ ਉਹਦੇ ਤੇ ਖੜੇ ਨਾ ਤਾਂ ਸਾਡੀ ਵਿਖਾਵੇ ਦੀ ਸਿੱਖੀ ਰਹਿ ਗਈ ਨਾ। ਗਾਤਰੇ ਵੀ ਚੌੜੇ ਪਾਲੇ, ਲੰਮੇ ਚੋਲੇ ਪਾਲੇ, ਸੰਤ ਸਰੂਪ ਨਾਲਿਆ, ਲੋਕੀ ਨਮਸਕਾਰਾਂ ਕਰਨ ਲੱਗ ਗਏ, ਮਨ ਬਹੁਤ ਹੰਕਾਰ ਵਿੱਚ ਆ ਗਿਆ ਵੀ ਬੜਾ ਚੰਗਾ ਸਿੱਖ ਹੈ, ਪਰ ਅੰਦਰੋਂ ਤਾਂ ਸਿੱਖੀ ਰਹੀ ਨਾ। ਨਹੀਂ ਭਾਈ ਫਿਰ ਕਹਿੰਦੇ ਤੇਰਾ ਜਪ ਤਪ ਲੁੱਟਿਆ ਜਾਏਗਾ ਜੇ ਤੇਰੀ ਵਿਖਾਵੇ ਦੀ ਸਿੱਖੀ ਰਹਿ ਗਈ, ਪਰਮਾਤਮਾ ਦਾ ਨਾਮ ਨਾ ਜਪਿਆ, ਸਿਮਰਨ ਨਾ ਕੀਤਾ, ਤੇ ਫਿਰ ਤੇਰਾ ਇੱਥੇ ਰਾਹ ਦੇ ਵਿੱਚ ਹੀ ਸਾਰਾ ਖੋਹ ਲਿਆ ਜਾਣਾ, ਪਿਛਲਾ ਜਪ ਤਪ ਵੀ ਤੇਰਾ ਖਤਮ ਹੋ ਜਾਵੇਗਾ। ਮੁੱਠੀ ਦੂਜੈ ਭਾਏ। ਇਹ ਤੇਰੀ ਜਿੰਦ ਜਿਹੜੀ ਹੈ ਇਹ ਦਵੈਤ ਭਾਵ ਦੇ ਵਿੱਚ ਹੀ ਲੁੱਟੀ ਜਾਵੇਗੀ, ਇਹ ਦਵੈਤ ਭਾਵ ਦੇ ਵਿੱਚ ਹੀ ਰਹਿ ਜਾਵੇਗੀ, ਸਤ ਸੰਤੋਖ ਦੇ ਸ਼ੁਭ ਗੁਣਾਂ ਤੋਂ ਦੂਰ ਰਹਿ ਜਾਵੇਗੀ। ਜਾਮਦਰ ਬੱਦੇ ਮਾਰੀਐ। ਫਿਰ ਕੀ ਹੋਵੇਗਾ? ਕਹਿੰਦੇ ਜਦੋਂ ਤੇਰਾ ਅੰਤ ਦਾ ਸਮਾਂ ਆਏਗਾ ਨਾ ਤੇ ਤੂੰ ਰੋਜ਼ ਨਾਮ ਤਾਂ ਜਪਿਆ ਹੀ ਨਾ। ਸਾਡਾ 24,000 ਸਵਾਸ ਇੱਕ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ ਖਾਰਜ ਹੋ ਜਾਂਦਾ, ਖਤਮ ਹੋ ਜਾਂਦਾ। ਇੱਕ ਘੰਟੇ 'ਚ 1,000 ਸਵਾਸ ਖਤਮ ਹੁੰਦਾ ਹੈ। ਇਹ ਸਾਨੂੰ ਘਾਟਾ ਪੈਂਦਾ ਰੋਜ਼। ਇਸ ਘਾਟੇ ਦੀ ਪੂਰਤੀ ਕਰਨ ਵਾਸਤੇ, ਇਹਨੂੰ ਬਰਾਬਰ ਕਰਨ ਵਾਸਤੇ, ਇਹਦਾ ਲੈਵਲ ਕਰਨ ਵਾਸਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ। 24,000 ਅੱਖਰਾਂ ਵਾਲੀ ਬਾਣੀ ਅਲੱਗ ਬਖਸ਼ੀ ਸ੍ਰੀ ਸੁਖਮਨੀ ਸਾਹਿਬ। ਇਹਦੇ 24,000 ਅੱਖਰ ਨੇ, 24 ਘੰਟਿਆਂ ਵਾਂਗ 24 ਅਸ਼ਟਪਦੀਆਂ ਨੇ, 24 ਸ਼ਲੋਕ ਨੇ, ਤੇ ਸਾਡੇ 24 ਘੰਟੇ ਹੀ ਸਫਲੇ ਹੋ ਜਾਂਦੇ ਸਿਰਫ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਨ ਜਾਂ ਸੁਣਨ ਦੇ ਨਾਲ। ਕਿੰਨੀ ਵੱਡੀ ਕਿਰਪਾ ਹੈ ਭਾਈ। ਇਸ ਵਾਸਤੇ ਕਹਿੰਦੇ ਭਾਈ ਇਹ ਤਾਂ ਤੂੰ ਖਿਆਲ ਹੀ ਨਾ ਕੀਤਾ ਕਿ 1,000 ਇੱਕ ਘੰਟੇ 'ਚ ਸਵਾਸ ਖਤਮ ਕਰਕੇ ਤੇ ਪੂਰੇ 24 ਘੰਟਿਆਂ 'ਚ 24,000 ਸਵਾਸ ਖਤਮ ਕਰ ਦਿੱਤਾ। ਤੇ ਅੱਗੇ ਤੇ ਰਿਹਾ ਕੀ ਭਾਈ?
ਸਾਧ ਸੰਗਤ ਜੀ, ਮਹਾਭਾਰਤ ਵਿੱਚ ਇੱਕ ਪ੍ਰਸੰਗ ਆਉਂਦਾ। ਇੱਕ ਬ੍ਰਾਹਮਣ ਸੀ, ਉਹ ਤਪ ਕਰਨ ਵਾਸਤੇ ਬੀਆਬਾਨ ਚ ਗਿਆ। ਜਾ ਕੇ ਕੀ ਵੇਖਿਆ ਕਿ ਇਸ ਇੱਕ ਪਾਸੇ ਬੜਾ ਭਾਰੀ ਪਹਾੜਾਂ ਚੋਂ ਹੜ੍ਹ ਵਗ ਰਿਹਾ ਹੈ, ਇੱਕ ਪਾਸੇ ਜੰਗਲ ਦੇ ਵਿੱਚ ਅੱਗ ਲੱਗੀ ਹੋਈ ਹੈ, ਇੱਕ ਪਾਸੇ ਬਹੁਤ ਨੇੜੇ 12 ਸੁੰਡਾਂ ਵਾਲਾ ਮਸਤ ਹਾਥੀ ਤੁਰਿਆ ਆ ਰਿਹਾ ਹੈ। ਤੇ ਨੇੜੇ ਕੀ ਵੇਖਿਆ, ਇੱਕ ਦਰਖਤਾਂ ਦੇ ਝੁੰਡ ਵਿੱਚ ਖੂਹ ਹੈ। ਉੱਥੇ ਲੋੜਵੰਦ ਲੋਕ ਕਦੇ ਪਾਣੀ ਭਰਦੇ ਹੋਣਗੇ। ਵੇਖਿਆ ਕਿ ਇੱਕ ਲੱਜ ਹੈ, ਇੱਕ ਦਰਖਤ ਨਾਲ ਬੰਨੀ ਹੋਈ, ਉਹਦੇ ਨਾਲ ਲਮਕ ਕੇ ਉਸ ਖੂਹ ਵਿੱਚ ਉਤਰ ਗਿਆ ਵੀ ਅੱਗ ਤੋਂ ਹੀ ਬਚਾਂਗੇ, ਪਾਣੀ ਤੋਂ ਵੀ ਬਚ ਜਾਵਾਂਗੇ, ਹਾਥੀ ਤੋਂ ਵੀ ਬਚ ਜਾਵਾਂਗੇ। ਜਦੋਂ ਖੂਹ ਵਿੱਚ ਲੱਜ ਫੜ ਕੇ ਉਤਰਿਆ ਤੇ ਉਸ ਟਹਿਣੀ ਦੇ ਨਾਲ ਜਿਹਦੇ ਨਾਲ ਲੱਜ ਬੰਨੀ ਹੋਈ ਸੀ, ਉਹਦੇ ਨਾਲ ਮਖਿਆਲ ਲੱਗਾ ਹੋਇਆ ਸੀ। ਉਹ ਮਖਿਆਲ ਲੱਗਿਆ ਤੇ ਸ਼ਹਿਦ ਡਿੱਗੇ, ਤਮਕੇ ਡਿੱਗੇ ਉੱਤੇ, ਤੇ ਉਧਰ ਨੂੰ ਮੂੰਹ ਕਰ ਲਿਆ ਹੱਥ ਨਾਲ, ਤੇ ਲੱਜ ਫੜੀ ਹੋਈ ਹੈ, ਡਿੱਗਦੇ ਤਮਕਿਆਂ ਵੱਲ ਆਪਣਾ ਮੂੰਹ ਕਰ ਲਿਆ। ਬੜਾ ਸਵਾਦ ਲੱਗਾ ਸ਼ਹਿਦ। ਥੱਲਿਓਂ ਪਾਣੀ ਦੇ ਹਿੱਲਣ ਦੀ ਆਵਾਜ਼ ਆਈ, ਥੱਲੇ ਵੇਖੀ ਤੇ ਬੜੀ ਭਾਰੀ ਇੱਕ ਸਰਾਲ ਪਾਣੀ ਦੇ ਵਿੱਚ ਹੈ, ਖੂਹ ਦੇ ਵਿੱਚ ਹੈ। ਬੜਾ ਮਨ ਵਿੱਚ ਦੁਖੀ ਹੋਇਆ ਕਿ ਬਾਹਰ ਇੰਨੀਆਂ ਤਕਲੀਫਾਂ ਨੇ ਤੇ ਪਾਣੀ ਵਿੱਚ ਸਰਾਲ ਹੈ, ਜੇ ਪਾਣੀ ਵਿੱਚ ਜਾਵਾਂਗਾ ਤਾਂ ਉਹਦੇ ਮੂੰਹ 'ਚ ਪਵਾਂਗਾ। ਪਰ ਜਦੋਂ ਸ਼ਹਿਦ ਦੇ ਤਮਕੇ ਪਏ ਨਾ ਮੂੰਹ 'ਚ, ਉਹਦੇ ਸਵਾਦ ਵਿੱਚ ਸਭ ਕੁਝ ਹੀ ਭੁੱਲ ਗਿਆ। ਤੇ ਇੱਕ ਕਾਲਾ ਤੇ ਚਿੱਟਾ ਚੂਹਾ ਸੀ ਬਾਹਰ। ਉਹ ਕਾਲੇ ਤੇ ਚਿੱਟੇ ਚੂਹੇ ਨੇ ਲੱਜ ਕੱਟਣੀ ਸ਼ੁਰੂ ਕਰ ਦਿੱਤੀ। ਕੱਟਦਿਆਂ ਕੱਟਦਿਆਂ ਸਾਰੀ ਲੱਜ ਕੱਟ ਦਿੱਤੀ। ਉਹ ਡਿੱਗ ਪਿਆ ਸਰਾਲ ਦੇ ਮੂੰਹ 'ਚ ਜਾ ਕੇ ਪੈ ਗਿਆ, ਖਤਮ ਹੋ ਗਿਆ। ਸਾਧ ਸੰਗਤ ਜੀ, ਇਹ ਜੀਵ ਰੂਪ ਬ੍ਰਾਹਮਣ ਸੰਸਾਰ ਬੀਆਬਾਨ ਵਿੱਚ ਆ ਗਿਆ। ਆਇਆ ਸੀ ਸਿਮਰਨ ਕਰਨ ਵਾਸਤੇ, ਭਜਨ ਕਰਨ ਵਾਸਤੇ, ਤੇ ਇਹ ਗ੍ਰਸਤ ਰੂਪ ਖੂਹ ਦੇ ਵਿੱਚ ਚਲਿਆ ਗਿਆ। ਕਿਉਂਕਿ ਬਾਹਰ ਕੀ ਦੇਖਿਆ ਹੈ, ਇੱਕ ਪਾਸੇ ਪਦਾਰਥਾਂ ਦਾ ਹੜ੍ਹ ਹੈ, ਇੱਕ ਪਾਸੇ ਬੀਆਬਾਨ ਵਿਸ਼ਿਆਂ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਲਟਾਡਟ ਬਲ ਰਹੀ ਹੈ, ਤੇ ਇੱਕ ਪਾਸੇ ਸਮੇਂ ਦਾ ਸਾਲ ਜਿਹੜਾ ਹੈ ਉਹ ਗੁਜ਼ਰਦਾ ਜਾ ਰਿਹਾ ਹੈ। ਤੇ ਇਹਨੇ ਉਮਰ ਰੂਪ ਲੱਜ ਫੜ ਕੇ ਸੰਸਾਰ ਖੂਹ ਵਿੱਚ ਉਤਰਨਾ ਕੀਤਾ। ਤੇ ਸਾਧ ਸੰਗਤ, ਜੋ ਵਿਸ਼ੇ ਸੁਖ ਸੀ, ਇਹ ਵਿਸ਼ਿਆਂ ਦਾ ਮਖਿਆਲ ਲੱਗਿਆ ਹੋਇਆ ਸੀ, ਤੇ ਇਹਦੇ ਵਿੱਚ ਵਿਸ਼ੇ ਸੁਖ ਦਾ ਸ਼ਹਿਦ ਨਿਕਲਿਆ, ਤੇ ਅੱਗੇ ਥੱਲੇ ਕਾਲ ਰੂਪ ਸਲਾਰ ਹੈ, ਸਰਾਲ ਦੇ ਮੂੰਹ ਵਿੱਚ ਪੈਣ ਤੋਂ ਵੀ ਡਰਦਾ ਹੈ। ਪਰ ਵਿਸ਼ਿਆਂ ਦਾ ਸੁਖ ਜਦੋਂ ਇਹ ਸਰੀਰ ਨੂੰ ਲੱਗਾ, ਉਹਦੇ ਸਵਾਦ ਵਿੱਚ ਸਾਰੇ ਹੀ ਦੁੱਖ ਭੁੱਲ ਗਿਆ। ਤੇ ਇੱਕ ਦਿਨ ਤੇ ਰਾਤ ਇਹ ਚਿੱਟਾ ਤੇ ਕਾਲਾ ਚੂਹਾ ਉਮਰ ਰੂਪ ਲੱਜ ਨੂੰ ਕੱਟ ਰਹੇ ਨੇ। ਅਨ ਦਿਨ ਮੂਸਾ ਲਾਜ ਚੁਕਾਈ, ਪਰਤ ਖੂਹ ਮੈਂ ਗਿਰਤ ਖੂਹ ਮੈਂ ਖਾਏ ਮਠਾਈ। ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਕਾਲਾ ਤੇ ਚਿੱਟਾ ਦਿਨ ਤੇ ਰਾਤ, ਦਿਨ ਤੇ ਸਰ ਪਰ ਪੌਸੀ ਰਾਤ, ਰਹਿਣ ਗਈ ਫਿਰ ਹੋਏ ਪ੍ਰਭਾਤ। ਇਹ ਕਿਰਿਆ ਚੱਲਦੀ ਹੈ। ਇਹ ਕਹਿੰਦੇ ਉਮਰ ਰੂਪ ਲੱਜ ਨੂੰ ਕੱਟੀ ਜਾ ਰਹੇ ਨੇ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟਿਆ ਤਨ ਛੀਜਾ। ਇਹ ਕਹਿੰਦੇ ਤੇ ਜਿਹੜਾ ਇਹ ਸਾਲ ਹੈ, ਇਹ ਮਸਤ ਹਾਥੀ ਹੈ, 12 ਸੁੰਡਾਂ 12 ਮਹੀਨਿਆਂ ਵਾਲਾ। ਇੱਕ ਸਾਲ ਬੀਤ ਗਿਆ, ਪਤਾ ਹੀ ਨਹੀਂ ਲੱਗਦਾ ਕਦੋਂ 40 ਸਾਲਾਂ ਦੇ 50 ਸਾਲਾਂ ਦੇ ਹੋ ਗਏ, ਬਿਰਧ ਹੋ ਗਏ। ਤੇ ਸਾਧ ਸੰਗਤ, ਇੱਕ ਜਿਹੜੀ ਬੁਢਾਪੇ ਰੂਪ ਇਹ ਅੱਗ ਲੱਗੀ ਹੈ ਨਾ, ਉਹ ਡਾਹਣੇ ਜਾਲਦੀ ਆਉਂਦੀ ਹੈ। ਉਹਨੇ ਜਵਾਨੀਆਂ ਤੋੜ ਦਿੱਤੀਆਂ ਬੁਢਾਪੇ ਨੇ। ਜਿਹੜਾ ਟੱਪੂ ਟੱਪੂ ਕਰਦਾ ਸੀ, ਉੱਚੀਆਂ ਛਾਲਾਂ ਮਾਰਦਾ ਸੀ, ਉਹ ਅੱਜ ਬਿਰਧ ਸਰੀਰ ਹੋ ਗਿਆ, ਉੱਠਣਾ ਮੁਸ਼ਕਲ ਹੋ ਗਿਆ। ਅੱਜ ਫਰੀਦਾ ਕੁੰਜੜਾ ਸਹਿ ਕੋਹਾਂ ਥੀ ਓਮ, ਬਾਬਾ ਫਰੀਦ ਨੇ ਵੀ ਲਿਖ ਦਿੱਤਾ ਨਾ। ਜਦੋਂ ਉਮਰ ਆ ਗਈ ਤੇ ਜਿਹੜੇ ਚਿੱਟੇ ਤੇ ਕਾਲੇ ਚੂਹੇ ਨੇ ਸਾਧ ਸੰਗਤ ਉਮਰ ਰੂਪ ਲੱਜ ਕੱਟ ਦਿੱਤੀ, ਤੇ ਫੇਰ ਵਿਸ਼ੇ ਸੁਖ ਦੇ ਵਿੱਚ ਪਿਆ ਹੀ ਕਾਲ ਰੂਪ ਸਰਾਰ ਦੇ ਮੂੰਹ ਵਿੱਚ ਡਿੱਗ ਕੇ ਖਤਮ ਹੋ ਗਿਆ। ਸਤਿਗੁਰੂ ਜੀ ਇੱਥੇ ਕਿਰਪਾ ਕਰਦੇ ਨੇ ਕਿ ਭਾਈ
ਦੂਜੇ ਭਾਏ ਤੂੰ ਇਸ ਦ્વੈਤ ਭਾਵ ਦੇ ਵਿੱਚ ਲੱਗ ਕੇ ਸਾਰਾ ਸਮਾਂ ਖਰਾਬ ਕਰ ਲਿਆ, ਤੇ ਜਦੋਂ ਜਮਾਂ ਦੇ ਵਸ ਪਿਆ ਤੇ ਫਿਰ ਤੇਰਾ ਹਿਸਾਬ ਕਿਤਾਬ ਹੋਣਾ ਹੈ, ਫਿਰ ਤੈਨੂੰ ਪਛਤਾਉਣਾ ਪਵੇਗਾ। ਬਹੁਤੀ ਮਿਲੈ ਸਜਾਏ, ਕਿਉਂਕਿ ਚੰਗਾ ਕਰਮ ਤਾਂ ਕੀਤਾ ਹੀ ਨਹੀਂ। ਇਸ ਕਰਕੇ ਭਾਈ ਤੈਨੂੰ ਜਮਾਂ ਦੁਆਰਾ ਤੈਨੂੰ ਬਹੁਤ ਸਜਾਏ ਪਿਆ ਦੇਸ ਲੰਮਾ, ਬਹੁਤ ਬੜੀ ਫਿਰ ਭਾਈ ਲੰਮੀ ਸਜ਼ਾ ਭੁਗਤਣੀ ਪਵੇਗੀ 84 ਲੱਖ ਦੇ ਚੱਕਰ ਦੇ। ਮਹੱਲਾ ਤੀਜਾ। ਸੰਤਾਂ ਨਾਲ ਵੈਰ ਕਮਾਵਦੇ। ਕਹਿੰਦੇ ਹੋਰ ਸੁਣ ਲੋ, ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਸਾਡਾ ਸੁਭਾਅ ਕੀ ਜੀਵਾਂ ਦਾ ਜਿਹੜੇ ਸ਼ਾਂਤ ਰੂਪ, ਬਹੁਤ ਸਾਰੇ ਗੁਰੂ ਕੋਈ ਪਿਆਰੇ ਆ, ਕੋਈ ਕਾਰ ਸੇਵਾ ਵਾਲੇ ਮਹਾਂਪੁਰਖ ਹੈ ਜਿਨ੍ਹਾਂ ਨੇ ਦਿਨ ਰਾਤ ਸੇਵਾ ਹੀ ਕਰਨੀ ਹੈ। ਕਈ ਭਾਈ ਪਰਉਪਕਾਰੀ ਮਹਾਂਪੁਰਖ ਨੇ, ਨਾਮ ਜਪਣ ਵਾਲੇ, ਜਪਾਉਣ ਵਾਲੇ, ਅੰਮ੍ਰਿਤ ਛਕਾਉਣ ਵਾਲੇ, ਗੁਰੂ ਕੀ ਬਾਣੀ ਪੜ੍ਹਾਉਣ ਵਾਲੇ ਪਰਉਪਕਾਰੀ ਮਹਾਂਪੁਰਖ। ਕਹਿੰਦੇ ਉਹਨਾਂ ਨਾਲ ਤਾਂ ਵੈਰ ਕਰਨਾ ਹੈ, ਉਹਨਾਂ ਨੂੰ ਤਾਂ ਮਾੜੇ ਲਫ਼ਜ਼ ਕਹਿਣੇ ਆ, ਚੰਗਾ ਸ਼ਬਦ ਵੀ ਨਹੀਂ ਕਹਿਣਾ। ਸੰਤਾਂ ਨਾਲ ਤੂੰ ਵੈਰ ਕਰਦਾ ਹੈ। ਦੁਸ਼ਟਾਂ ਨਾਲ ਮੋਹ ਪਿਆਰ। ਜਿਹੜੀਆਂ ਆਤਮਾ ਨੂੰ ਵਿਗਾੜ ਦੇਣ ਵਾਲੀਆਂ ਦੁਸ਼ਟ ਇੱਛਾਵਾਂ ਸਨ, ਉਹਨਾਂ ਨਾਲ ਤੇਰਾ ਪ੍ਰੇਮ ਹੈ। ਅਥਵਾ ਜਿਹੜੇ ਦੁਸ਼ਟ ਪਾਪ ਕਰਨ ਵਾਲੇ ਵਿਅਕਤੀ ਨੇ, ਉਹਨਾਂ ਨਾਲ ਤੇਰਾ ਸੰਬੰਧ ਹੈ, ਉਹਨਾਂ ਨਾਲ ਤੇਰੀ ਦੋਸਤੀ, ਉਹਨਾਂ ਨਾਲ ਤੂੰ ਪਿਆਰ ਕਰਦਾ ਹੈ। ਅੱਗੇ ਪਿੱਛੇ ਸੁਖ ਨਹੀਂ। ਪਰ ਕਹਿੰਦੇ ਭਾਈ ਤੂੰ ਹਿਸਾਬ ਲਾ ਲਈ, ਜੇ ਤੇਰੀ ਹਾਲਤੇ ਬਣੀ, ਤੇਰਾ ਸੁਭਾਅ ਹੀ ਇਹ ਬਣਿਆ ਰਿਹਾ, ਫਿਰ ਕਹਿੰਦੇ ਅੱਗੇ ਪ੍ਰਲੋਕ ਵਿੱਚ ਵੀ ਤੇ ਪਿੱਛੇ ਸੰਸਾਰ ਵਿੱਚ ਵੀ ਸੁੱਖ ਦੀ ਕਾਮਨਾ ਨਾ ਕਰੀ, ਤੈਨੂੰ ਸੁੱਖ ਪ੍ਰਾਪਤ ਨਹੀਂ ਹੋਵੇਗਾ। ਮਰ ਜੰਮੇ ਵਾਰੋ ਵਾਰ। ਫਿਰ ਕਹਿੰਦੇ ਭਾਈ ਜੰਮਣ ਮਰਨ ਦਾ ਚੱਕਰ ਖਤਮ ਨਹੀਂ ਹੋਣਾ, ਇਹ ਤੈਨੂੰ 84 ਲੱਖ ਖਤਮ ਕਰਨ ਵਾਸਤੇ ਮਨੁੱਖਾ ਜਨਮ ਮਿਲਿਆ ਸੀਗਾ। ਮਨੁੱਖਾ ਜਨਮ ਦੇ ਵਿੱਚ ਭਉ ਭਗਤੀ ਪਰਉਪਕਾਰ ਕਰਨਾ ਸੀ, ਇਹ ਤੂੰ ਕੀਤਾ ਨਹੀਂ, ਇਸ ਕਰਕੇ ਤੈਨੂੰ ਜਨਮ ਮਰਨ ਦੇ ਚੱਕਰ ਵਿੱਚ ਫਿਰ ਪੈਣਾ ਪਵੇਗਾ। ਤ੍ਰਿਸ਼ਨਾ ਕਦੇ ਨਾ ਬੁਝਈ। ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਇਹ ਕਦੇ ਖਤਮ ਹੀ ਨਹੀਂ ਹੋਵੇਗੀ, ਕਿਉਂਕਿ ਇਹਦੇ ਵਿੱਚ ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ ਦਾ ਤਾਂ ਕਦੇ ਪਾਣੀ ਹੀ ਨਹੀਂ ਪਾਇਆ। ਜਿਹੜੀ ਤੂੰ ਅੱਗ ਬੁਝਾਉਣਾ ਚਾਹੁੰਦਾ ਹੈ, ਇਹ ਤਾਂ ਭਾਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਤੂੰ ਲਿਆ ਕੇ ਖੜੀ ਕਰ ਦਿੱਤੀ, ਜਿਹਨੇ ਹੋਰ ਲਟਾ ਅੱਗ ਬਾਲ ਦਿੱਤੀ। ਇਹ ਭਾਈ ਕਦੇ ਬੁਝਣ ਵਾਲੀ ਨਹੀਂ ਹੈ ਇਸ ਢੰਗ ਦੇ ਨਾਲ। ਦੁਬਿਧਾ ਹੋਏ ਖੁਵਾਰ। ਇਸ ਦੁਬਿਧਾ ਦੇ ਵਿੱਚ ਹੀ ਤੂੰ ਕਹਿੰਦੇ ਖੱਜਲ ਹੋ ਗਿਆ, ਪਹਿਲਾਂ ਤੋਂ ਜਿੰਨੀ ਸਿੱਖਿਆ ਸੁਣੀ ਉਹ ਵੀ ਛੱਡ ਦਿੱਤੀ, ਦੁਬਿਧਾ ਵਿੱਚ ਪੈ ਗਿਆ ਕਿ ਨਾਮ ਜਪ ਲਾਂਗੇ, ਹਲੇ ਕੋਈ ਸਮਾਂ ਨਹੀਂ, ਹਲੇ ਕੋਈ ਗੱਲ ਨਹੀਂ। ਇਹ ਵਿਚਾਰਾਂ ਕਰਦਿਆਂ ਨੇ ਸਮਾਂ ਲੰਘਾ ਦਿੱਤਾ। ਮੋਹ ਕਾਲੇ ਤਿਨਾ ਨਿੰਦਕਾਂ। ਕਹਿੰਦੇ ਭਾਈ ਇਹੋ ਜਿਹੇ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ, ਪ੍ਰਤੱਖ ਵੀ ਹੁੰਦੇ ਆ, ਤੇ ਪ੍ਰਲੋਕ ਵਿੱਚ ਵੀ ਉਹਨਾਂ ਦੇ ਮੂੰਹ ਕਾਲੇ ਹੁੰਦੇ ਨੇ। ਤਿਤ ਸੱਚੈ ਦਰਬਾਰ। ਉਹ ਸੱਚੇ ਦਰਬਾਰ ਦੇ ਵਿੱਚ ਤਾਂ ਕੋਈ ਭਾਈ ਉੱਥੇ ਸਿਫਾਰਿਸ਼ ਨਹੀਂ ਨਾ ਚੱਲਦੀ, ਉੱਥੇ ਕੋਈ ਓਲਾ ਨਹੀਂ, ਅੱਗੋਂ ਦੇਖੈ ਪਿੱਛੋਂ ਦੇਖੈ ਤੋਜ ਤੇ ਕਹਾਂ ਛਪਾਵੈ, ਉਦੋਂ ਕਿਵੇਂ ਛਪਾ ਲਵਾਂਗੇ, ਉਹ ਤੋਂ ਨਹੀਂ ਲੁਕੋਈ ਜਾ ਸਕਦੀ ਕੋਈ। ਕਬੀਰ ਕੇ ਜੇਤੇ ਪਾਪ ਕੀ ਰਾਖੇ ਤਲੈ ਦਰਾਏ, ਪ੍ਰਗਟ ਪਏ ਨਿਦਾਨ ਸਭ ਜਾ ਪੁੱਛੇ ਧਰਮ ਰਾਏ। ਉਦੋਂ ਸਾਰੇ ਪ੍ਰਗਟ ਹੋ ਜਾਣੇ। ਜਦੋਂ ਧਰਮ ਰਾਏ ਦੇ ਸਾਹਮਣੇ ਸਾਡੀ ਪਿਕਚਰ ਚੱਲੀ ਨਾ, ਜਦੋਂ ਸਾਹਮਣੇ ਖੜਾ ਕਰਕੇ ਸਾਡੇ ਸਾਰੇ ਜਨਮ ਤੋਂ ਲੈ ਕੇ ਹੁਣ ਤੱਕ ਦੀ ਸਾਰੇ ਜੀਵਨ ਦੀ ਰੀਲ ਚਲਾਈ ਨਾ, ਇਹ ਜੀਵ ਤੇ ਇੱਥੋਂ ਦੇਖੀ ਨਹੀਂ ਜਾਣੀ ਕਿ ਮਣਾ ਤੂੰ ਇਹੋ ਜਿਹੇ ਪਾਪ ਕਰਦਾ ਰਿਹਾ, ਤੂੰ ਛੁਪ ਕੇ ਵੀ ਕਰਦਾ ਰਿਹਾ, ਲੁੱਕ ਕੇ ਵੀ ਕਰਦਾ ਰਿਹਾ, ਤੇ ਆਹ ਜਿਹੜੀ ਮੇਰੀ ਕੀਤੀ ਹੋਈ ਕਰਮਾਂ ਦੀ ਰੀਲ ਚੱਲਦੀ ਹੈ, ਮੈਨੂੰ ਹੀ ਦੇਖਣੀ ਔਖੀ ਹੋਈ ਪਈ ਆ। ਕਹਿੰਦੇ ਇਹੋ ਜਿਹਾ ਸਮਾਂ ਆ ਜਾਊ, ਉੱਥੇ ਕਹਿੰਦੇ ਭਾਈ ਜਮਾਂ ਦੇ ਸਾਹਮਣੇ ਤੇਰਾ ਕੋਈ ਵੱਸ ਨਹੀਂ ਚੱਲੇਗਾ, ਉੱਥੇ ਦਾ ਤੇਰਾ ਮੂੰਹ ਕਾਲਾ ਹੋਵੇਗਾ, ਮਾਰ ਪਵੇਗੀ। ਨਾਨਕ ਨਾਮ ਵਿਹੂਣਿਆ। ਹਜ਼ੂਰ ਕਹਿੰਦੇ ਇਹ ਜੀਵ ਜਿਹੜੇ ਨਾਮ ਤੋਂ ਸਖਣਿਆ, ਇਹ ਖਾਲੀ ਨਾਮ ਤੋਂ ਬਿਨਾ ਇਹ ਜੀਵ ਨਾ ਉਰਵਾਰ ਨਾ ਪਾਰ। ਵੇਖੀ ਕਿਤੇ ਤੂੰ ਆਈ ਨਾ ਨਗਾ ਦੇਈ, ਨਾ ਤੇਰਾ ਉਰਲਾ ਪਾਸਾ। ਆਮ ਆਪਣੀ ਕਹਾਵਤ ਹੈ, ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ, ਇਹ ਹਾਲਤ ਹੋ ਜੂ। ਕਹਿੰਦੇ ਨਾ ਉਰਵਾਰ ਨਾ ਲੋਕ ਨਾ ਪਾਰਾਵਾਰ, ਪਰਲੇ ਪਾਸੇ ਵੀ ਤੇਰਾ ਪਰਲੋਕ ਦੇ ਵਿੱਚ ਵੀ ਕੋਈ ਸਹਾਇਕ ਨਹੀਂ ਬਣਨਾ। ਇੰਨੀ ਕੜੀ ਸਿੱਖਿਆ ਦੇ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਇਹਨਾਂ ਕਠੋਰ ਮਨਾਂ ਨੂੰ
ਸਾਡੇ ਕਠੋਰ ਮਨਾਂ ਤੇ ਕੋਈ ਚੋਟ ਲੱਗ ਜਾਵੇ, ਅੱਜ ਵੀ ਅਸੀਂ ਸੁਧਰ ਜਾਈਏ ਤੇ ਅੱਜ ਵੀ ਪ੍ਰਮਾਤਮਾ ਦੇ ਨਾਮ ਦੀ ਬੰਦਗੀ ਸ਼ੁਰੂ ਕਰ ਦਈਏ ਤੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਾਉਂਦੇ ਨੇ, ਬਖਸ਼ ਲੈਂਦੇ ਨੇ। ਪਰ ਕਹਿੰਦੇ ਨਾਮ ਤੋਂ ਬਿਨਾਂ ਸਖਣਿਆ ਤੇਰਾ ਲੋਕ ਪਰਲੋਕ ਸਖਣਾ ਹੀ ਰਹਿ ਜਾਵੇਗਾ। ਪੌੜੀ ਜੋ ਹਰ ਨਾਮ ਧਿਆਏ ਦੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਪੌੜੀ ਦੁਆਰਾ ਕਿਰਪਾ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰੋ, ਜਿਹੜੇ ਪਰਮਾਤਮਾ ਦੇ ਨਾਮ ਤੋਂ ਭੁੱਲੇ ਹੋਏ ਆ ਉਹਨਾਂ ਦੀ ਆਪ ਜੀ ਨੇ ਹਾਲਤ ਦੱਸੀ ਹੈ। ਆਪ ਜੀ ਕਿਰਪਾ ਕਰੋ, ਜਿਹੜੇ ਗੁਰਮੁਖ ਪਿਆਰੇ ਪ੍ਰਭੂ ਦੇ ਜਨ ਭਗਤ ਆਪ ਜੀ ਦੇ ਨਾਮ ਨੂੰ ਜਪਦੇ ਨੇ, ਸੇਵਾ ਕਰਦੇ ਨੇ, ਉਹਨਾਂ ਬਾਰੇ ਵੀ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ। ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਭਾਈ ਜਿਹੜੇ ਗੁਰੂ ਦੇ ਪਿਆਰੇ ਨਾਮ ਜਪਦੇ ਆ, ਜਿਹੜੇ ਸਿਮਰਨ ਕਰਦੇ, ਭਾਉ ਭਗਤੀ ਕਰਦੇ ਨੇ, ਸੇ ਹਰ ਹਰ ਨਾਮ ਰਤੇ ਮਨ ਮਾਹੀ। ਕਹਿੰਦੇ ਭਾਈ ਉਹਨਾਂ ਦਾ ਮਨ ਪਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਗਿਆ। ਉਹਨਾਂ ਨੂੰ ਇਹ ਹੋਰ ਰੰਗਾਂ ਦੀ ਲੋੜ ਨਹੀਂ। ਸਾਧ ਸੰਗਤ ਜੀ, ਉਹਨਾਂ ਨੂੰ ਪੱਕਾ ਰੰਗ ਚੜ ਜਾਂਦਾ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ। ਇਹ ਰੰਗ ਕਦੇ ਲੈਂਦਾ ਹੀ ਨਹੀਂ। ਉਹ ਤਤੀਆਂ ਤਵੀਆਂ ਤੇ ਨਹੀਂ ਲੈਂਦਾ, ਉਬਲਦੇ ਦੇਗਿਆਂ ਵਿੱਚ ਨਹੀਂ ਲੈਂਦਾ, ਆਰਿਆਂ ਨਾਲ ਚਿਰ ਕੇ ਨਹੀਂ ਉਹ ਰੰਗ ਲੈਂਦਾ। ਉਹ ਰੰਗ ਸਦੀਵੀ ਚੜ ਜਾਂਦਾ ਪਰਮਾਤਮਾ ਦੇ ਪਿਆਰਿਆਂ ਨੂੰ ਨਾਮ ਦਾ। ਜਿਨ੍ਹਾਂ ਮਨ ਚਿਤ ਇੱਕ ਅਰਾਧਿਆ। ਜਿਨ੍ਹਾਂ ਨੇ ਮਨ ਕਰਕੇ ਚਿੱਤ ਦੇ ਵਿੱਚ ਪਰਮਾਤਮਾ ਦੀ ਅਰਾਧਨਾ ਕੀਤੀ, ਪ੍ਰਭੂ ਦੀ ਬੰਦਗੀ ਕੀਤੀ, ਤਿਨਾਂ ਇੱਕ ਸਬਿਨ ਦੂਜਾ ਕੋ ਨਾਹੀ। ਉਹਨਾਂ ਦੇ ਸਾਹਮਣੇ ਇੱਕ ਪਰਮਾਤਮਾ ਤੋਂ ਬਿਨਾਂ ਦੂਜੇ ਸਾਰੇ ਤੁੱਛ ਨੇ, ਕਿਸੇ ਦੀ ਪਰਵਾਹ ਨਹੀਂ ਕਰਦੇ। ਤਾਂ ਕੋ ਕਹੋ ਪਰਵਾਹ ਕਾਹੂ ਕੀ ਜਿਹੇ ਗੋਪਾਲ ਸੁਹਾਏ। ਕਹਿੰਦੇ ਉਹਨਾਂ ਨੂੰ ਕਿਹਦੀ ਹੋਰ ਭਾਈ ਮਸੰਦਗੀ ਹੈ, ਕਿਹਦੀ ਪਰਵਾਹ ਕਦੋਂ ਕਰਦੇ ਹੋ? ਜਿਹੜੇ ਪਰਮਾਤਮਾ ਨਾਲ ਇੱਕਮਿਕ ਹੋਏ ਨੇ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਸੇਈ ਪੁਰਖ ਹਰ ਸੇਵਦੇ। ਕਹਿੰਦੇ ਉਹ ਹੀ ਪੁਰਖ ਨੇ ਅਸਲ ਵਿੱਚ ਭਾਈ, ਉਹ ਪੁਰਖ ਪੂਰਨ ਨੇ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਨੇ, ਪ੍ਰਭੂ ਦੀ ਬੰਦਗੀ ਕਰਦੇ ਅਥਵਾ ਸੰਗਤਾਂ ਦੀ ਸੇਵਾ ਕਰਦੇ ਨੇ। ਜਿਨ ਧੁਰ ਮਸਤਕ ਲੇਖ ਲਿਖਾਹੀ। ਉਹਨਾਂ ਦੇ ਧੁਰੋਂ ਹੀ ਪਰਮਾਤਮਾ ਨੇ ਮਸਤਕ ਦੇ ਉੱਪਰ ਉਹਨਾਂ ਦੇ ਨਿਸਕਾਮ ਕਰਮ ਸੇਵਾ ਕਰਤ ਹੋਏ ਨੇਕਾਮੀ, ਉਹਨਾਂ ਦੇ ਭਾਈ ਚੰਗੇ ਕਰਮ ਮਹਾਰਾਜ ਨੇ ਲਿਖ ਦਿੱਤੇ। ਜਿਹੜੇ ਸੇਵਾ ਸਿਮਰਨ ਦੇ ਵਿੱਚ ਲੱਗੇ ਹੋਏ ਸੀਗੇ, ਇਹ ਪਿਛਲੇ ਜਨਮਾਂ ਦੇ ਵਿੱਚ ਲਿਖੇ ਹੋਏ ਕਰਮ ਮਹਾਰਾਜ ਸੱਚੇ ਪਾਤਸ਼ਾਹ ਨੇ ਕਰਮ ਬਖਸ਼ੀ ਸਾਡੇ ਤੇ ਕਰ ਦਿੱਤੀ। ਤੇ ਜਿਹੜਾ ਆਹ ਕਰਮ ਜਾ ਰਿਹਾ ਹੈ ਸਾਧ ਸੰਗਤ ਜੀ, ਇਹਦੇ ਵਿੱਚ ਮਹਾਰਾਜ ਨੇ ਸਾਨੂੰ ਖੁੱਲ੍ਹ ਦਿੱਤੀ ਹੋਈ ਹੈ। ਭਾਈ ਕੀ ਕੰਮ ਕਰਨਾ, ਤੁਸੀਂ ਉਪਦੇਸ਼ ਦਿੱਤਾ ਹੋਇਆ ਹੈ। ਜਿਵੇਂ ਅਸੀਂ ਸੜਕ ਤੇ ਚੱਲਦੇ ਆ ਨਾ, ਸੜਕ ਤੇ ਨਿਯਮ ਨੇ, ਪਰ ਜੇ ਕੋਈ ਨਿਯਮ ਕਿਸੇ ਦੇ ਮੱਥੇ ਤੇ ਤਾਂ ਲਿਖੇ ਨਹੀਂ, ਕਿਸੇ ਦੇ ਸਾਧ ਸੰਗਤ ਜੀ ਕਿਸੇ ਨੇ ਫੜਿਆ ਹੋਇਆ ਨਹੀਂ ਵੀ ਤੂੰ ਖੱਬੇ ਪਾਸੇ ਹੀ ਚੱਲਣਾ ਹੈ। ਪਰ ਜੇ ਸੱਜੇ ਪਾਸੇ ਕੋਈ ਮਰਜ਼ੀ ਨਾਲ ਚੱਲ ਕੇ ਤੇ ਚੱਲੇ ਵੀ ਓਵਰ ਸਪੀਡ, ਫਿਰ ਕਿੰਨਾ ਕੁ ਚਿਰ ਚੱਲੇਗਾ? ਫਿਰ ਐਕਸੀਡੈਂਟ ਹੋਏਗਾ, ਆਪ ਮਰੇਗਾ, ਹੋਰ ਨਾਲ ਵੀ ਮਾਰੇਗਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਨਿਯਮ ਦਿੱਤੇ ਹੈ। ਗੁਰ ਸਤਿਗੁਰ ਕਾ ਜੋ ਸਿੱਖ ਕਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਤੇ ਮਰਜ਼ੀ ਤਾਂ ਤੁਹਾਡੀ ਹੈ ਨਾ ਉੱਠੋ, ਆਪਣੀ ਮਰਜ਼ੀ ਹੈ ਨਾ ਪਏ ਰਹੀਏ। ਪਰ ਮਹਾਰਾਜ ਨੇ ਸਾਨੂੰ ਇੱਕ ਅਸੂਲ ਤਾਂ ਦਿੱਤਾ ਨਾ ਕਿ ਗੁਰਸਿੱਖੋ ਆਹ ਅਸੂਲ ਹੈ, ਜਿਹੜਾ ਇਸ ਅਸੂਲ ਤੇ ਚੱਲੇਗਾ ਉਹਨੂੰ ਪ੍ਰਮਾਤਮਾ ਦੇ ਨਾਮ ਦਾ ਰੰਗ ਚੜ ਜਾਏਗਾ। ਉਹਦੇ ਕਰਮਾਂ ਦੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਕਰਮ ਬਖਸ਼ੀ ਹੈ ਉਹ ਕਲਮ ਚੱਲ ਜਾਏਗੀ, ਉਹਦੇ ਕਰਮ ਚੰਗੇ ਲਿਖੇ ਜਾਣਗੇ। ਤੇ ਜਿਹੜਾ ਪ੍ਰਮਾਤਮਾ ਦੀ ਬੰਦਗੀ ਕਰੇਗਾ, ਸ਼ੁਭ ਗੁਣਾਂ ਨੂੰ ਧਾਰਨ ਕਰੇਗਾ, ਇਹ ਭਾਈ ਨਿਯਮ ਦਿੱਤੇ ਮਹਾਰਾਜ ਨੇ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਵੀ ਪੌੜੀ ਹੈ ਕਿ ਗੁਰੂ ਕਾ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਇਹ ਵੀ ਗੁਰੂ ਰਾਮਦਾਸ ਮਹਾਰਾਜ ਦੀ ਬਖਸ਼ਿਸ਼ ਹੈ। ਇਸ ਕਰਕੇ ਜਿਹੜੇ ਨਾਮ ਜਪਦੇ ਆ ਉਹਨਾਂ ਦੇ ਸ਼ੁਭ ਕਰਮ ਲਿਖੇ ਜਾਂਦੇ ਨੇ। ਹਰ ਕੇ ਗੁਣ ਨਿਤ ਗਾਵਦੇ। ਮਹਾਰਾਜ ਕਿਵੇਂ ਲਿਖੇ ਜਾਣਗੇ, ਕੀ ਕਰਨਾ ਚਾਹੀਦਾ ਹੈ? ਕਹਿੰਦੇ ਪ੍ਰਭੂ ਦੇ ਗੁਣਾਂ ਨੂੰ ਨਿਤਾ ਪ੍ਰਤੀ ਉੱਠ ਕੇ ਗਾਉਂਦੇ ਆ ਭਾਈ, ਜਪਦੇ ਹਨ। ਹਰ ਗੁਣ ਗਾਏ ਗੁਣੀ ਸਮਝਾਹੀ। ਕਹਿੰਦੇ ਭਾਈ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਆ ਤੇ ਆਪਣੇ ਮਨ ਨੂੰ ਗੁਣਾਂ ਨਾਲ ਸਮਝਾ ਲੈਂਦੇ ਆ ਕਿ ਕਿੱਡੀ ਵੱਡੀ ਕਿਰਪਾ। ਮਹਾਰਾਜ ਨੇ 2 ਅੱਖਾਂ ਦਿੱਤੀਆਂ, ਸਤਿਗੁਰੂ ਨੇ 9 ਨਰੈਣੀ ਦੇਹ ਦਿੱਤੀ ਹੈ, ਬੋਲਣ ਵਾਸਤੇ ਰਸਨਾ ਦਿੱਤੀ। ਕਿੱਥੋਂ ਲੈ ਆਉਂਦੇ ਅਸੀਂ? ਮਹਾਰਾਜ ਨੇ ਕਿਰਪਾ ਕੀਤੀ ਹੈ ਨਾ। ਕਹਿੰਦੇ ਇਹਨਾਂ ਗੁਣਾਂ ਦੇ ਨਾਲ ਨਾਲ ਫਿਰ ਉਹਦੇ ਗੁਣ ਗਾਉਂਦਾ ਵੀ ਉਹ ਬੜਾ ਬਖਸ਼ਾਉਂਦਾ ਹੈ। ਮੈਂ ਜਿੰਨਾ ਵੱਡਾ ਮਰਜ਼ੀ ਪਾਪੀ ਹੋਵਾਂ, ਮੈਂ ਪਿਛਲੇ ਕਰਮਾਂ 'ਚ ਜਿੰਨੇ ਮਰਜ਼ੀ ਔਗਣ ਉਪਦਰਵ ਕੀਤੇ ਹੋਣ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨਾ
ਮਿਟੇ ਕਮਾਣੇ ਪਾਪ ਚਰਾਣੇ। ਕਹਿੰਦੇ ਮਿਟ ਜਾਂਦੇ ਨੇ ਚਿਰਾਂ ਤੋਂ ਕੀਤੇ ਹੋਏ ਪਾਪ ਵੀ। ਨਾਮ ਗੋਬਿੰਦ ਕਾ ਸਦਾ ਲੀਜਾ, ਕਹਿੰਦੇ ਸਦਾ ਪ੍ਰਮਾਤਮਾ ਦਾ ਨਾਮ ਲਈਏ ਤਾਂ ਫਿਰ ਉਹ ਪਾਪ ਵੀ ਮਿਟ ਜਾਂਦੇ ਨੇ। ਵਡਿਆਈ ਵੱਡੀ ਗੁਰਮੁਖਾਂ, ਕਹਿੰਦੇ ਭਾਈ ਇਹ ਵੱਡੀ ਵਡਿਆਈ ਹੈ ਗੁਰਮੁਖਾਂ ਦੀ। ਗੁਰ ਪੂਰੈ ਹਰ ਨਾਮ ਸਮਾਹੀ, ਕਹਿੰਦੇ ਭਾਈ ਵੱਡੀ ਵਡਿਆਈ ਇਹੀ ਹੈ ਕਿ ਆਪ ਉਹ ਪੂਰਾ ਪ੍ਰਭ ਰਾਧਿਆ ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਹੋ। ਪੂਰੇ ਪ੍ਰਭੂ ਦੀ ਬੰਦਗੀ ਕਰਦੇ ਹੋਏ ਉਹਦੇ ਵਿੱਚ ਸਮਾ ਜਾਂਦੇ ਨੇ, ਉਹਦੇ ਵਿੱਚ ਲੀਨ ਹੋ ਜਾਂਦੇ ਨੇ, ਅਭੇਦ ਹੋ ਜਾਂਦੇ ਨੇ। ਇਹੀ ਉਹਨਾਂ ਦੀ ਵਡਿਆਈ ਹੈ। ਜੇਕਰ ਭਾਈ ਪੂਰੇ ਗੁਰੂ ਨੂੰ ਅਰਾਧਨਾ ਕਰਨ ਵਾਲੇ ਪੂਰੇ ਸੰਤ ਦੀ ਕੋਈ ਵਡਿਆਈ ਕਰਨਾ ਚਾਹਵੇ ਤੇ ਨਹੀਂ ਹੋ ਸਕਦੀ, ਕਿਉਂਕਿ ਉਹ ਪੂਰੇ ਵਿੱਚ ਸਮਾਏ ਹੋਏ ਨੇ। ਉਹਨਾਂ ਨੇ ਪੂਰੇ ਦੀ ਪ੍ਰਾਪਤੀ ਕਰ ਲਈ ਹੈ। ਉਹਨਾਂ ਦੇ ਗੁਣ ਦੱਸੇ ਤਾਂ ਜਾ ਸਕਦੇ ਆ, ਪਰ ਉਹਨਾਂ ਦੇ ਸੰਪੂਰਨ ਗੁਣ ਵਰਣਨ ਨਹੀਂ ਕੀਤੇ ਜਾ ਸਕਦੇ, ਕਿਉਂਕਿ ਉਹ ਪ੍ਰਭੂ ਰੂਪ ਹੀ ਬਣ ਜਾਂਦੇ, ਉਹਦੇ ਵਿੱਚ ਸਮਾ ਜਾਂਦੇ ਨੇ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਹੈ। ਅੱਜ ਜੋ ਸ੍ਰੀਮੁਖ ਵਾਕ ਆਪਾਂ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤਾ ਸੀ, ਉਸ ਦਾ ਉਪਦੇਸ਼ ਆਪਾਂ ਸਰਵਣ ਕੀਤਾ ਹੈ। ਸਤਿਗੁਰੂ ਜੀ ਰਹਿਮਤ ਕਰਨ, ਕਿਰਪਾ ਕਰਨ, ਸਾਡੇ ਹਿਰਦੇ ਵਿੱਚ ਵਸ ਜਾਵੇ। ਸਤਿਗੁਰੂ ਦੀ ਰਹਿਮਤ ਹੋਵੇ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਤਿਗੁਰੂ ਪਾਤਸ਼ਾਹ ਦੀਆਂ ਰਹਿਮਤਾਂ ਪ੍ਰਾਪਤ ਕਰੋ ਜੀ। ਹਰ ਕੇ ਗੁਣ ਨਿਤ ਗਾਵਦੇ, ਹਰ ਗੁਣ ਗਾਏ ਗੁਣੀ ਸਮਝਾਹੀ। ਵਡਿਆਈ ਵੱਡੀ ਗੁਰਮੁਖਾਂ, ਗੁਰ ਪੂਰੈ ਹਰ ਨਾਮ ਸਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।